ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਆਪਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਜੀਕੇ ਦੀ ਫ੍ਰੀ ਤਿਆਰੀ ਕਰਵਾ ਰਹੇ ਹਾਂ। ਟੌਪਿਕ ਵਾਈਜ਼ ਆਪਾਂ ਥਿਊਰੀ ਤੇ MCQ ਕਰ ਰਹੇ ਹਾਂ, ਠੀਕ ਆ। ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੋਣਗੇ, ਪੰਜਾਬ ਸਟੇਟ ਦੇ 2022-23 ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣਗੇ, ਸਾਰੇ ਤੁਹਾਡੇ ਇਸ ਦੇ ਵਿੱਚ ਜੀਕੇ ਕਵਰ ਹੋ ਜਾਏਗੀ, ਠੀਕ ਆ ਜੀ। ਸੋ ਆਪਾਂ ਅੱਜ ਦਾ ਜਿਹੜਾ ਲੈਕਚਰ ਹੈ ਉਹ ਆਪਾਂ ਸ਼ੁਰੂ ਕਰਾਂਗੇ ਜੀ। ਅੱਜ ਆਪਣਾ 10 ਨੰਬਰ ਲੈਕਚਰ ਜੋ ਹੈ ਉਹ ਹੈ ਆਪਣਾ ਫੰਡਾਮੈਂਟਲ ਡਿਊਟੀਜ਼ ਦੇ ਉੱਤੇ, ਠੀਕ ਆ ਜੀ। ਸੋ ਇਹ ਲੈਕਚਰ ਇਸ ਲਈ ਵੀ ਜ਼ਿਆਦਾ ਇੰਪੋਰਟੈਂਟ ਬਣਦਾ ਹੈ। ਇਹ ਟੌਪਿਕ ਆ ਨਾ ਜਿਹੜਾ ਫੰਡਾਮੈਂਟਲ ਡਿਊਟੀਜ਼, ਇਹ ਪੰਜਾਬ ਦੇ ਅਤੇ ਸੈਂਟਰ ਦੇ ਕਿਸੇ ਵੀ ਪੇਪਰ ਦੇ ਵਿੱਚ ਤੁਸੀਂ ਬੈਠ ਜਾਓਗੇ, ਇਹ ਕੁਐਸਚਨ ਇਹਦੇ ਵਿੱਚੋਂ ਇੱਕ ਕੁਐਸਚਨ ਬਣਦਾ ਹੀ ਬਣਦਾ। ਸੋ ਆਪਾਂ ਜਿਹੜੇ ਵੀ ਟੌਪਿਕ ਕਰ ਰਹੇ ਹਾਂ, ਠੀਕ ਆ, ਉਹ ਸਾਰੇ ਹੀ ਇੰਪੋਰਟੈਂਟ ਨੇ। ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਗੀ ਜਿਹੜੀ ਕਿ ਤੁਹਾਨੂੰ ਇੱਦਾਂ ਲੱਗੇ ਕਿ ਆਪਾਂ ਐਕਸਟਰਾ ਕਰ ਰਹੇ ਹਾਂ, ਜਿਹੜੀ ਕਿ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਇਹਦੇ ਵਿੱਚ ਆਪਣਾ ਇੱਕ ਇੱਕ ਪੁਆਇੰਟ ਇੰਪੋਰਟੈਂਟ ਬਣਦਾ ਵਾ। ਸੋ ਆਪਾਂ ਬੜਾ ਲਿਮਿਟਿਡ ਜਿਹਾ ਲੈ ਕੇ ਆਏ ਹਾਂ। ਇੱਦਾਂ ਨਹੀਂ ਕਿ ਆਪਾਂ ਬੁੱਕ ਵਾਂਗੂ ਬੁੱਕਿਸ਼ ਲੈਂਗੁਏਜ ਦੇ ਵਿੱਚ ਨਹੀਂ ਲੈ ਕੇ ਆਏ। ਆਪਾਂ ਆਪਣੀ ਲੈਂਗੁਏਜ ਦੇ ਵਿੱਚ ਆਪਣੀ ਪੰਜਾਬੀ ਮਾਤ ਭਾਸ਼ਾ ਦੇ ਵਿੱਚ ਇਹਨੂੰ ਕਰਾਂਗੇ। ਜਦੋਂ ਤੁਸੀਂ ਇਹਨੂੰ ਸਾਰੇ ਕਲਾਸਾਂ ਨੂੰ ਆਪਣੀਆਂ ਨੂੰ ਦੇਖ ਲਓਗੇ, ਪੋਲਿਟੀ ਹਿਸਟਰੀ ਦੀ, ਉਸ ਤੋਂ ਬਾਅਦ ਤੁਸੀਂ PDF ਨੂੰ ਰਿਵਾਈਜ਼ ਕਰੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਪੂਰੀ ਤਰ੍ਹਾਂ ਨਾਲ ਛਪ ਜਾਣਗੀਆਂ। ਅਤੇ ਪੇਪਰ ਦੇ ਵਿੱਚ ਜਦੋਂ ਵੀ ਤੁਹਾਨੂੰ ਕੁਐਸਚਨ ਦਿਖੇਗਾ ਤਾਂ ਤੁਹਾਡਾ ਬਿਲਕੁਲ ਸਹੀ ਆਨਸਰ ਲੱਗੇਗਾ, ਠੀਕ ਹੈ ਜੀ। ਬਟ ਤੁਹਾਨੂੰ ਰਿਵੀਜ਼ਨ ਕਰਨੀ ਪੈਣੀ ਆ। ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ 3 ਵਾਰੀ ਰਿਵੀਜ਼ਨ ਇੱਕ ਟੌਪਿਕ ਦੀ ਕਰੋਗੇ ਤਾਂ ਤੁਹਾਨੂੰ ਕਦੇ ਵੀ ਨਹੀਂ ਭੁੱਲੇਗਾ, ਠੀਕ ਹੈ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਅੱਜ ਦੀ ਆਪਣੀ ਕਲਾਸ ਆ ਜੀ ਫੰਡਾਮੈਂਟਲ ਡਿਊਟੀਜ਼। ਹੁਣ ਦੇਖੋ ਜੀ, ਆਪਾਂ ਇਸ ਤੋਂ ਪਹਿਲਾਂ ਇੱਕ ਕਲਾਸ ਨੰਬਰ 8 ਕੀਤੀ ਸੀ ਜਿਹਦੇ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਕੀਤੇ ਸੀ, ਜਿਹਨੂੰ ਕਿ ਆਪਾਂ ਮੌਲਿਕ ਅਧਿਕਾਰ ਕਹਿੰਦੇ ਆ। ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਬਹੁਤ ਸਟੂਡੈਂਟ ਇਹਦੇ ਵਿੱਚ ਕਨਫਿਊਜ਼ ਹੁੰਦੇ ਆ ਫੰਡਾਮੈਂਟਲ ਡਿਊਟੀਜ਼ ਤੇ ਰਾਈਟਸ ਦੇ ਵਿੱਚ। ਹੁੰਦੇ ਤਾਂ ਨੇ ਜਦੋਂ ਆਪਾਂ ਨਵੀਂ ਤਿਆਰੀ ਕਰਨ ਲੱਗਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਆਪਣੇ ਦਿਮਾਗ ਦੇ ਵਿੱਚ ਥੋੜ੍ਹਾ ਜਿਹਾ ਇਹ ਡਾਊਟ ਕ੍ਰੀਏਟ ਹੁੰਦਾ ਵਾ, ਕਿਉਂਕਿ ਇੱਕੋ ਜਿਹੇ ਨਾਮ ਲੱਗਦੇ ਆ। ਬਟ ਇਹਦੇ ਵਿੱਚ ਡਿਫਰੈਂਸ ਬਹੁਤ ਆ, ਠੀਕ ਆ। ਜਿਹੜਾ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹ ਜਸਟਿਸੀਏਬਲ ਹੁੰਦੇ ਨੇ। ਉਹ ਇੱਕ ਆਮ ਨਾਗਰਿਕ ਨੂੰ ਇੱਦਾਂ ਦੇ ਅਧਿਕਾਰ ਦਿੱਤੇ ਹੋਏ ਨੇ ਕਿ ਅਗਰ ਤੁਹਾਡੇ ਉਹ ਅਧਿਕਾਰ ਵਾਇਲੇਟ ਹੁੰਦੇ ਨੇ, ਠੀਕ ਆ, ਤਾਂ ਤੁਸੀਂ ਉਹਨੂੰ ਪੂਰੇ ਕਰਵਾਉਣ ਲਈ ਤੁਸੀਂ ਕੋਰਟ ਦੀ ਮਦਦ ਲੈ ਸਕਦੇ ਹੋ, ਠੀਕ ਆ। ਕੋਰਟ ਕਾਨੂੰਨ ਦੀ ਮਦਦ ਲੈ ਸਕਦੇ ਹੋ। ਬਟ ਇਹ ਜਿਹੜੀ ਫੰਡਾਮੈਂਟਲ ਡਿਊਟੀਜ਼ ਨੇ, ਇਹਨੂੰ ਉਹਨਾਂ ਨੇ ਸੰਵਿਧਾਨ ਦੇ ਵਿੱਚ ਪਹਿਲਾਂ ਨਹੀਂ ਸੀ ਐਡ। ਉਹ ਜਦੋਂ ਆਪਣੇ ਭਾਰਤ ਦੇ ਸੰਵਿਧਾਨ ਦੇ ਜੋ ਨਿਰਮਾਤਾ ਸੀ ਉਹਨਾਂ ਨੇ ਇਹਨੂੰ ਐਡ ਨਹੀਂ ਸੀ ਕੀਤਾ। ਇਹਨੂੰ ਐਡ ਕੀਤਾ ਸੀ 1976 ਦੇ ਵਿੱਚ, ਠੀਕ ਆ। ਕਿਉਂਕਿ ਉਸ ਟਾਈਮ ਦੀ ਸਰਕਾਰ ਨੇ ਇਹ ਚੀਜ਼ ਸੋਚੀ ਕਿ ਆਪਾਂ ਨੂੰ ਫੰਡਾਮੈਂਟਲ ਰਾਈਟਸ ਦੇ ਨਾਲ ਫੰਡਾਮੈਂਟਲ ਡਿਊਟੀਜ਼ ਨੂੰ ਵੀ ਆਪਣੇ ਸੰਵਿਧਾਨ ਦੇ ਵਿੱਚ ਐਡ ਕਰਨਾ ਚਾਹੀਦਾ ਵਾ। ਕਿਉਂਕਿ ਅਗਰ ਆਪਾਂ ਫੰਡਾਮੈਂਟਲ ਡਿਊਟੀਜ਼ ਹੁੰਦਾ ਆਪਣੇ ਕਰਤੱਵ, ਕਿ ਆਪਣੇ ਦੇਸ਼ ਦੇ ਲਈ ਕਿਹੜੇ ਕਰਤੱਵ ਨੇ ਜਿਹੜੇ ਕਿ ਇੱਕ ਆਮ ਭਾਰਤ ਦੇ ਨਾਗਰਿਕ ਨੂੰ ਨਿਭਾਉਣੇ ਚਾਹੀਦੇ ਆ, ਠੀਕ ਆ। ਸੋ ਇਹ ਜਸਟਿਸੀਏਬਲ ਨਹੀਂ। ਇਹਦੇ ਲਈ ਇੱਦਾਂ ਨਹੀਂ ਕਿ ਜੇ ਤੁਸੀਂ ਇਹ ਨਹੀਂ ਨਿਭਾਓਗੇ ਤਾਂ ਤੁਹਾਨੂੰ ਕੋਈ ਕੋਰਟ ਲੈ ਕੇ ਚਲੇ ਜਾਵੇਗਾ, ਠੀਕ ਆ। ਸੋ ਇਹ ਜਸਟਿਸੀਏਬਲ ਨਹੀਂ, ਨੌਨ ਜਸਟਿਸੀਏਬਲ ਆ। ਇਹਨੂੰ ਤੁਸੀਂ ਯਾਦ ਕਰਨਾ। ਪੇਪਰ 'ਤੇ ਡਾਇਰੈਕਟ ਇਹ ਕੁਐਸਚਨ ਬਣਦਾ ਵਾ ਕਿ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ, ਠੀਕ ਆ, ਸੋ ਇਹ ਤੁਹਾਡੀਆਂ ਜਸਟਿਸੀਏਬਲ ਆ ਕਿ ਨੌਨ ਜਸਟਿਸੀਏਬਲ ਆ, ਠੀਕ ਆ। ਸੋ ਇਹ ਨੌਨ ਜਸਟਿਸੀਏਬਲ ਆ। ਜਿਹੜਾ ਆਪਾਂ ਫੰਡਾਮੈਂਟਲ ਰਾਈਟਸ ਨੇ ਉਹ ਆਪਣੇ ਜਸਟਿਸੀਏਬਲ ਆ, ਠੀਕ ਆ ਜੀ। ਸੋ ਇਹ ਤਾਂ ਹੋ ਗਿਆ, ਛੋਟਾ ਜਿਹਾ ਓਵਰਵਿਊ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਨਾ ਜਦੋਂ ਇਹਦੇ ਲਈ ਸਵਰਨ ਸਿੰਘ ਕਮੇਟੀ ਨੂੰ ਰਿਕਮੈਂਡੇਸ਼ਨ ਉਹਨੇ ਦਿੱਤੀ ਸੀ, ਠੀਕ ਆ, ਉਹਨਾਂ ਨੇ ਦਿੱਤੀ ਸੀ ਜਦੋਂ ਇਹ ਬਣਾਏ ਜਾ ਰਹੇ ਸੀ, ਫੰਡਾਮੈਂਟਲ ਡਿਊਟੀਜ਼ ਬਣਾਈਆਂ ਜਾ ਰਹੀਆਂ ਸੀ, ਠੀਕ ਆ। ਜਿਹੜੀ ਵਿਰੋਧੀ ਧਿਰ ਦੇ ਲੀਡਰ ਸੀਗੇ ਉਹਨਾਂ ਨੇ ਇਹਦੀ ਆਲੋਚਨਾ ਕੀਤੀ ਸੀ ਵੀ ਇਹਦਾ ਕੋਈ ਮਤਲਬ ਨਹੀਂ ਬਣਦਾ ਗਾ ਵੀ ਇਹਨੂੰ ਐਡ ਕਰਨ ਦਾ। ਬਟ ਫਿਰ ਵੀ ਜਦੋਂ ਚੇਂਜ ਵੀ ਹੋ ਗਈ ਸੀ, ਸਰਕਾਰ ਚੇਂਜ ਹੋ ਗਈ ਸੀ, ਤਾਂ ਇਹਦੇ ਵਿੱਚ ਕੋਈ ਉਹਨਾਂ ਨੇ ਪਰਿਵਰਤਨ ਨਹੀਂ ਸੀ ਕੀਤਾ। ਬਲਕਿ ਇੱਕ ਫੰਡਾਮੈਂਟਲ ਰਾਈਟ ਆਪਾਂ ਅੱਗੇ ਪੜ੍ਹਾਂਗੇ 86ਵੀਂ ਅਮੈਂਡਮੈਂਟ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਇੱਕ ਹੋਰ ਐਡ ਕਰ ਦਿੱਤੀ ਸੀ, ਠੀਕ ਆ ਜੀ। ਸੋ ਆਪਾਂ ਕਰਦੇ ਹਾਂ ਜੀ ਅੱਗੇ ਜੀ। ਆਪਣਾ ਸਾਡੇ ਕੋਲੇ ਪਾਰਟ 4 ਆ ਗਿਆ, ਠੀਕ ਆ ਜੀ। ਪਾਰਟ 4 ਭਾਗ 4 ਦੇ ਵਿੱਚ ਇਹ ਦਰਜ ਆ ਆਪਣੇ ਭਾਰਤੀ ਸੰਵਿਧਾਨ ਦੇ ਆਰਟੀਕਲ 51 'ਚ। ਸੋ ਪੇਪਰ ਦੇ ਵਿੱਚ ਇੱਕ ਕੁਐਸਚਨ ਤੁਹਾਡਾ ਪਹਿਲੀ ਇਹਦੇ ਤੋਂ ਹੀ ਕਵਰ ਹੋ ਗਿਆ ਕਿ ਜਿਹੜੀ ਫੰਡਾਮੈਂਟਲ ਡਿਊਟੀਜ਼ ਨੇ ਉਹ ਕਿਹੜੇ ਪਾਰਟ ਦੇ ਵਿੱਚ ਦਰਜ ਆ, ਕਿਹੜੇ ਆਰਟੀਕਲ ਦੇ ਵਿੱਚ ਆ, ਠੀਕ ਆ ਜੀ। ਸੋ ਇਹ 51A ਦੇ ਵਿੱਚ ਦਰਜ ਆ ਅਤੇ 51A ਆਪਣੇ ਪਾਰਟ 4 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਆ, ਠੀਕ ਆ। ਇੱਕੋ ਇੱਕ ਆਰਟੀਕਲ ਆ ਜਿਹਦੇ ਵਿੱਚ ਕਿ ਅੱਗੇ ਆਪਾਂ ਪੜ੍ਹਾਂਗੇ ਕਿ ਕਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ, ਉਹ ਆਪਾਂ ਡਿਟੇਲ 'ਚ ਕਰਾਂਗੇ। ਦੇਖੋ ਜੀ, ਸਵਰਨ ਸਿੰਘ ਕਮੇਟੀ ਬਣਾਈ ਗਈ, ਠੀਕ ਆ ਜੀ। ਇਹਨੇ 1976 ਦੇ ਵਿੱਚ ਸਿਫਾਰਿਸ਼ ਤੇ ਜੋੜੇ, ਠੀਕ ਆ। ਇੱਕ ਕੁਐਸਚਨ ਤੁਹਾਡਾ ਹੋਰ ਕਵਰ ਹੋ ਗਿਆ ਸੀਗਾ ਵੀ ਕਿਹੜੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰਨ ਦੀ। ਸੋ ਇਹ ਬੁਨਿਆਦੀ ਕਰਤੱਵ ਜਿਹੜੇ ਸੀ ਇਹਨੂੰ ਐਡ ਕਰਨ ਦੀ ਸਿਫਾਰਿਸ਼ ਕੀਤੀ ਸੀ ਸਵਰਨ ਸਿੰਘ ਕਮੇਟੀ ਨੇ 1976 'ਚ। ਇਸ ਕਮੇਟੀ ਨੇ ਕੀ ਕੀਤਾ ਸੀ, ਇਹ ਕਮੇਟੀ ਨੂੰ ਜਦੋਂ ਉਹਨਾਂ ਨੇ ਬਣਾਇਆ ਜੀ, ਇਹ ਕਮੇਟੀ 'ਚ 8 ਮੌਲਿਕ ਕਰਤੱਵ ਸ਼ਾਮਲ ਕੀਤੇ ਸੀ। ਇਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ 8 ਕਰ ਦਿਓ, ਠੀਕ ਆ ਜੀ। ਸੋ ਬਟ ਉਸ ਟਾਈਮ ਦੇ ਉੱਤੇ ਆਖਰ ਦੇ ਵਿੱਚ ਜਦੋਂ ਸਾਰਾ ਕੁਝ ਹੋਇਆ, ਠੀਕ ਆ, ਟੋਟਲ 10 ਬੁਨਿਆਦੀ ਕਰਤੱਵ ਫੰਡਾਮੈਂਟਲ ਡਿਊਟੀਜ਼ ਅਸੀਂ ਸ਼ਾਮਲ ਕੀਤੀਆਂ ਇਹਦੇ ਵਿੱਚ, ਠੀਕ ਆ ਜੀ। ਸੋ ਇਹ ਹੁਣ ਤੁਹਾਨੂੰ ਪਤਾ ਲੱਗਾ ਕਿ ਜਦੋਂ ਆਪਣਾ 1976 ਦੇ ਵਿੱਚ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਤਾਂ 10 ਜਿਹੜੀਆਂ ਸੀਗੀਆਂ ਆਪਣੀਆਂ ਫੰਡਾਮੈਂਟਲ ਡਿਊਟੀਜ਼ ਉਹ ਐਡ ਕੀਤੀਆਂ ਸੀ। ਅੱਗੇ ਆ ਗਏ ਜੀ ਆਪਣਾ।
ਹੁਣ ਜੀ ਜਿਹੜੇ ਮੌਲਿਕ ਕਰਤੱਵ ਨੇ ਫੰਡਾਮੈਂਟਲ ਡਿਊਟੀਜ਼ ਨੇ ਆਪਣੀਆਂ, ਠੀਕ ਆ ਜੀ, 1976 ਦੇ ਵਿੱਚ 42ਵੀਂ ਸੋਧ ਸੰਵਿਧਾਨ ਦੇ ਵਿੱਚ ਇੱਕ ਸੋਧ ਹੋਈ ਸੀ। ਜਦੋਂ ਕੋਈ ਵੀ ਆਰਟੀਕਲ ਤੁਹਾਨੂੰ ਜਾਂ ਪਾਰਟ ਦੇ ਵਿੱਚ ਨਾ ABCD ਦਿਖਣ ਲੱਗ ਜਾਵੇ ਨਾ, ਉਹਦੇ ਤੋਂ ਅੰਦਾਜ਼ਾ ਤੁਸੀਂ ਲਾ ਲਿਆ ਕਰੋ ਕਿ ਇਹ ਅਮੈਂਡਮੈਂਟ ਰਾਹੀਂ ਦਰਜ ਹੋਈਆਂ ਨੇ, ਇਹ ਪਹਿਲਾਂ ਤੋਂ ਨਹੀਂ ਸੀ। ਆਪਾਂ ਨੂੰ ਕੁਐਸਚਨ ਆਊਗਾ ਕਿ ਫੰਡਾਮੈਂਟਲ ਡਿਊਟੀਜ਼ ਆਪਣੇ ਸੰਵਿਧਾਨ ਦੇ ਵਿੱਚ ਪਹਿਲਾਂ ਤੋਂ ਸੀ ਜਾਂ ਬਾਅਦ ਚੋਂ ਐਡ ਕੀਤੀਆਂ ਸੀ, ਠੀਕ ਆ। ਸੋ ਇਹਦੇ ਵਿੱਚ ਤੁਹਾਨੂੰ A ਤੋਂ ਜਿਵੇਂ 51A ਆ ਗਿਆ, ਠੀਕ ਆ। ਸੋ ਕੋਈ ਵੀ ਆ ਗਿਆ ਤੁਹਾਨੂੰ ਇਹਦੇ ਤੋਂ ਇੱਕ ਆਈਡੀਆ ਲੱਗਣਾ ਚਾਹੀਦਾ ਵਾ ਕਿ 51 ਨੰਬਰ ਇਹਦਾ ਮਤਲਬ ਪਹਿਲਾਂ ਹੋਊਗਾ, A ਐਡ ਕੀਤਾ ਤਾਂ ਇਹਦਾ ਮਤਲਬ ਉਹਦੇ 'ਚ ਅਮੈਂਡਮੈਂਟ ਕੀਤੀ ਆ, ਠੀਕ ਆ ਜੀ। ਸੋ ਇੱਕ ਹਲਕਾ ਜਿਹਾ ਓਵਰਵਿਊ ਆ ਇਹ, ਠੀਕ ਹੈ ਜੀ। ਸੋ ਠੀਕ ਹੈ ਜੀ, 42ਵੀਂ ਸੋਧ 'ਚ ਹੋਇਆ, 1976 ਦੇ ਵਿੱਚ ਹੋਇਆ, ਠੀਕ ਹੈ ਜੀ। ਸੋ ਆਪਾਂ ਸੋਧਾਂ ਦੀ ਵੀ ਟੈਨਸ਼ਨ ਨਾ ਲਓ ਤੁਸੀਂ, ਜਿਹੜੀਆਂ ਅਮੈਂਡਮੈਂਟਸ ਹੋਈਆਂ ਸੀ ਆਪਣੀ ਕੌਨਸਟੀਟਿਊਸ਼ਨ 'ਚ ਇੰਪੋਰਟੈਂਟ, ਉਹ ਆਪਾਂ ਸਾਰਿਆਂ ਦੀ ਇੱਕ ਅਲੱਗ ਤੋਂ ਲੈਕਚਰ ਲੈ ਕੇ ਆਵਾਂਗੇ, ਵਿੱਚ ਹੀ ਕਰ ਦਾਂਗੇ, ਠੀਕ ਆ। ਆਪਾਂ ਵਿੱਚ ਕਰਦੇ ਅਜੇ ਮੈਂ ਨਾ ਟੌਪਿਕ ਵਾਈਜ਼ ਕਰਵਾ ਰਿਹਾ ਵਾਂ, ਤਾਂ ਕਰਕੇ ਤੁਹਾਨੂੰ ਅਜੇ ਜ਼ਿਆਦਾ ਬੋਝ ਨਾ ਪਵੇ, ਇਸ ਕਰਕੇ ਵੀ ਪਹਿਲਾਂ ਤੁਸੀਂ ਪੜ੍ਹ ਤਾਂ ਲਓ ਨਾ, ਇੱਕ ਵਾਰੀ ਟੌਪਿਕ ਵਾਈਜ਼ ਤੁਸੀਂ ਪੜ੍ਹੋਗੇ ਵੀ ਆਹ ਸੰਵਿਧਾਨ ਦੇ ਵਿੱਚ ਆਹ ਚੀਜ਼ਾਂ ਐਡ ਸੀਗੀਆਂ, ਫਿਰ ਉਸ ਤੋਂ ਬਾਅਦ ਤੁਸੀਂ ਅਮੈਂਡਮੈਂਟ ਕਰੋਗੇ, ਫਿਰ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਛਪੇਗੀ, ਠੀਕ ਹੈ ਜੀ। ਸੋ ਆਪਾਂ ਵਿੱਚ ਜੇ ਜਦੋਂ ਆਪਣਾ ਕਾਫੀ ਹੱਦ ਤੱਕ ਆਰਟੀਕਲ ਆਪਾਂ ਕਰ ਲਾਂਗੇ, ਫਿਰ ਆਪਾਂ ਵਿੱਚ ਜੇ ਇੱਕ ਵਾਰੀ ਐਡ ਕਰ ਦਾਂਗੇ, ਬਾਕੀ ਨਾਲ ਦੀ ਨਾਲ ਮੈਂ ਤੁਹਾਨੂੰ ਕਰਵਾਈ ਰਿਹਾ ਮੈਂ, ਠੀਕ ਆ। 42ਵੀਂ ਸੋਧ 'ਚ ਕੀਤੀ ਗਈ ਸੀ, ਠੀਕ ਹੈ ਜੀ। ਹੁਣ ਦੇਖੋ ਜੀ, ਜਿਹੜੇ ਇਹ ਮੌਲਿਕ ਫਰਜ਼ ਨੇ ਨਾ ਆਪਣੇ, ਠੀਕ ਆ ਜੀ, ਕਰਤੱਵ ਜਿਹੜੇ ਨੇ, ਠੀਕ ਆ ਜੀ, ਇਹ ਅਸੀਂ USSR ਰਸ਼ੀਆ ਤੋਂ ਉਧਾਰ ਲੈਣੇ, ਠੀਕ ਆ। USSR ਆਪਣਾ ਹੋ ਗਿਆ, ਠੀਕ ਆ ਜੀ। ਆਪਾਂ ਨੂੰ ਕੁਐਸਚਨ ਦੇ ਵਿੱਚ ਜ਼ਿਆਦਾਤਰ ਇਹੀ USSR ਲਿਖਿਆ ਹੀ ਆਊਗਾ, ਜਿਹਨੂੰ ਕਿ ਰਸ਼ੀਆ ਵੀ ਕਹਿ ਦਿੰਦੇ ਆ, ਠੀਕ ਆ ਜੀ। ਸੋ ਤੁਸੀਂ ਆਪਦੇ ਹਿਸਾਬ ਦੇ ਨਾਲ ਟਿਕ ਕਰਨਾ ਵਾ, ਠੀਕ ਆ ਜੀ। ਹੁਣ ਇਹਦੇ ਤੋਂ ਆਪਾਂ ਲਏ ਨੇ, ਠੀਕ ਆ ਜੀ, ਇੰਸਪਾਇਰ ਹੋਏ ਰਿਹਾ ਤੋਂ। ਅੱਗੇ ਆ ਗਿਆ ਜੀ ਸਾਡੇ ਕੋਲੇ ਸਾਲ 2002 'ਚ, ਆਹ ਦੇਖੋ ਜੀ, ਇੱਕ ਨਾ 2002 ਦੇ ਵਿੱਚ ਇੱਕ ਅਮੈਂਡਮੈਂਟ ਹੋਈ, ਇਹਦੇ ਵਿੱਚ ਇੱਕ ਨਾ 86ਵੀਂ ਅਮੈਂਡਮੈਂਟ ਹੋਈ ਸੀ। ਇਹਦੇ ਵਿੱਚ ਨਾ ਇਹਨਾਂ ਨੇ 11ਵਾਂ ਮੌਲਿਕ ਕਰਤੱਵ ਜੋੜਤਾ ਸੀ, ਕਰਤੱਵ। ਉਹ ਮੈਂ ਤੁਹਾਨੂੰ ਅੱਗੇ ਜਦੋਂ ਮੈਂ ਐਕਸਪਲੇਨ ਕਰੂੰਗਾ ਨਾ ਸਾਰਾ ਤੁਹਾਨੂੰ, ਬਈ ਇਹ ਜਿਹੜੀ ਅਮੈਂਡਮੈਂਟ 11ਵੀਂ ਹੋਈ ਸੀ, 11ਵਾਂ ਮੌਲਿਕ ਕਰਤੱਵ, ਇਹਦੇ 'ਚ ਫੰਡਾਮੈਂਟਲ ਡਿਊਟੀ ਐਡ ਹੋਈ ਸੀ, ਕਿਹਦੇ ਲਈ ਹੋਈ ਸੀ, ਕੀ ਸੀ ਉਹਦੇ ਵਿੱਚ। ਸੋ ਇਹਦੇ ਵਿੱਚ 3 ਚੀਜ਼ਾਂ ਚੇਂਜ ਹੋਈਆਂ ਸੀ, 3 ਚੀਜ਼ਾਂ ਇਹ 86ਵੀਂ ਅਮੈਂਡਮੈਂਟ ਦੇ ਵਿੱਚ ਚੇਂਜ ਹੋਈਆਂ ਸੀ। ਇਹਦੇ 'ਚੋਂ ਕੁਐਸਚਨ ਬਣਦਾ ਹੀ ਬਣਦਾ, ਠੀਕ ਹੈ ਜੀ। ਸੋ ਤੁਸੀਂ ਇਹਨੂੰ ਕਰ ਲੈਣਾ। ਦੇਖੋ ਜੀ, ਹੁਣ ਆਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਜਿਹੜੇ ਮੌਲਿਕ ਕਰਤੱਵ ਨੇ, ਜਿਹੜੇ ਆਪਣੇ ਫੰਡਾਮੈਂਟਲ ਡਿਊਟੀਜ਼ ਆ, ਇਹ ਨਾਨ ਜਸਟਿਸੀਏਬਲ ਨੇ, ਠੀਕ ਹੈ ਜੀ। ਸੋ ਇਹਨੂੰ ਤੁਸੀਂ ਕਰ ਲੈਣਾ। ਸੋ ਇਹ ਹੋ ਗਏ ਜੀ ਹੁਣ ਆਪਣੇ। ਹੁਣ ਆਪਾਂ ਕਰ ਰਹੇ ਹਾਂ ਜੀ ਪੂਰੀ ਡਿਟੇਲ ਦੇ ਵਿੱਚ 11 ਦੇ 11 ਫੰਡਾਮੈਂਟਲ ਡਿਊਟੀਜ਼, ਠੀਕ ਹੈ ਜੀ। ਨੈਕਸਟ ਆ ਗਿਆ ਜੀ ਹੁਣ ਇਹ ਫਰਜ਼। ਹੁਣ ਜਿਹੜੇ ਇਹ ਫਰਜ਼ ਨੇ, ਜਿਹੜੇ ਆਪਣੇ ਮੌਲਿਕ ਫਰਜ਼ ਨੇ, ਠੀਕ ਹੈ ਜੀ, ਫੰਡਾਮੈਂਟਲ ਡਿਊਟੀਜ਼ ਨੇ, ਇਹ ਸਾਨੂੰ ਜੀ ਭਾਗ 4 ਤੇ 51A ਆਰਟੀਕਲ 'ਚ ਦਰਜ ਨੇ, ਠੀਕ ਹੈ ਜੀ। ਇੱਕ ਹੋ ਗਿਆ। ਹੁਣ ਦੂਜੇ ਨੰਬਰ, ਹੁਣ ਦੇਖੋ ਜੀ, ਪਹਿਲੇ ਨੰਬਰ ਦਾ ਤੁਹਾਡਾ ਮੌਲਿਕ ਫਰਜ਼ ਕੀ ਹੈ। ਜਦੋਂ ਇਹਨੂੰ ਆਪਾਂ ਪੜ੍ਹਦੇ ਹਾਂ ਨਾ, ਤਾਂ ਇਹਦੇ ਵਿੱਚ ਇੱਦਾਂ ਦਰਜ ਹੁੰਦੇ ABCDEFGHIJK, ਠੀਕ ਹੈ ਜੀ। ਉਹਦੇ ਵਿੱਚ ਦਰਜ ਆ, ਜਦੋਂ ਤੁਸੀਂ ਕੋਈ ਵੀ ਬੁੱਕ ਚੱਕੋਗੇ ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਊਗਾ। ਬਟ ਇਹਦਾ ਆਪਣੀ ਕਲਾਸ ਦਾ ਤੁਹਾਨੂੰ ਕੀ ਫਾਇਦਾ ਹੋਊਗਾ ਇਹਦੇ 'ਤੇ ਕਰਨ ਦਾ। ਦੇਖੋ ਜੀ, ਅਜੇ ਤੱਕ ਤੁਸੀਂ ਫੰਡਾਮੈਂਟਲ ਡਿਊਟੀਜ਼ ਪੜ੍ਹੀਆਂ ਹੋਣਗੀਆਂ, ਠੀਕ ਆ। ਸਮ ਟਾਈਮ ਤੁਹਾਨੂੰ ਕੁਛ ਅੱਖਰ ਇੱਦਾਂ ਦੇ ਲੱਗਣਗੇ, ਤੁਹਾਨੂੰ ਲੱਗਣਗੇ ਯਾਰ ਇਹਨੂੰ ਨਾ ਸਮਝ ਨਹੀਂ ਆਈ। ਅਗਰ ਜਿੰਨਾ ਟਾਈਮ ਤੁਹਾਨੂੰ ਕੋਈ ਐਕਸਪਲੇਨ ਨਹੀਂ ਕਰੂਗਾ, ਤੁਹਾਨੂੰ ਸਮਝ ਨਹੀਂ ਆਊਗੀ ਵੀ ਇਹਦੇ ਵਿੱਚ ਮਤਲਬ ਕੀ ਬਣਦਾ। ਬਟ ਪੰਜਾਬੀ ਆਪਣੀ ਤੁਹਾਨੂੰ ਪਤਾ ਮਾਤ ਭਾਸ਼ਾ ਵਾ, ਜਦੋਂ ਆਪਾਂ ਉਹਨੂੰ ਇੱਕ ਵਾਰੀ ਪੰਜਾਬੀ 'ਚ ਪੜ੍ਹ ਲਾਂਗੇ ਤਾਂ ਆਪਾਂ ਨੂੰ ਇੰਗਲਿਸ਼ ਦੇ ਵਿੱਚ ਸਾਰਾ ਯਾਦ ਕਰਨ ਦੀ ਜ਼ਰੂਰਤ ਨਹੀਂ ਪਏਗੀ। ਤੁਸੀਂ ਇੱਕ ਅੱਖਰ ਚੱਕੋਗੇ, ਜਿੱਦਾਂ ਨੈਸ਼ਨਲ ਫਲੈਗ ਤੇ ਨੈਸ਼ਨਲ ਐਂਥਮ ਤੁਹਾਨੂੰ ਇੱਕ ਵਾਰੀ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ, ਤੁਹਾਨੂੰ ਨਾਲ ਹੀ ਆ ਜਾਊਗਾ ਵੀ ਹਾਂ ਯਾਰ ਇਹਦੀ ਉਹ ਹੋਈ ਸੀ, ਠੀਕ ਆ ਜੀ। ਸੋ ਇਹਦੇ ਲਈ ਆਪਾਂ ਨੂੰ ਐਕਸਪਲੇਨੇਸ਼ਨ ਬਹੁਤ ਵਧੀਆ ਹੋ ਜਾਏਗੀ ਜਦੋਂ ਆਪਾਂ ਪੰਜਾਬੀ ਦੇ ਵਿੱਚ ਕਰਾਂਗੇ, ਠੀਕ ਆ ਜੀ। ਹੁਣ ਦੇਖੋ ਜੀ, ਪਹਿਲਾ ਸਾਡਾ ਫੰਡਾਮੈਂਟਲ ਡਿਊਟੀਜ਼ ਕੀ ਆ। ਇਹ ਕਹਿੰਦਾ ਜੀ ਸੰਵਿਧਾਨ ਦੀ ਪਾਲਣਾ ਕਰਨੀ ਆ ਭਾਰਤ ਦੇ ਹਰੇਕ ਨਾਗਰਿਕ ਨੇ, ਇਹਦੇ ਆਦਰਸ਼, ਠੀਕ ਆ ਜੀ। ਸੋ ਇਹਦੀਆਂ ਸੰਸਥਾਵਾਂ ਦਾ ਸਨਮਾਨ ਕਰਨਾ, ਰਾਸ਼ਟਰੀ ਝੰਡਾ ਹੋ ਗਿਆ, ਰਾਸ਼ਟਰੀ ਗਾਨ ਹੋ ਗਿਆ, ਠੀਕ ਆ, ਇਹਦਾ ਵੀ ਸਨਮਾਨ ਕਰਨਾ ਵਾ, ਠੀਕ ਆ। ਸੋ ਇਹ ਇੱਕ ਫਰਜ਼ ਦਿੱਤਾ ਗਿਆ, ਇੱਕ ਮੌਲਿਕ ਕਰਤੱਵ ਆ ਹਰੇਕ ਨਾਗਰਿਕ ਦਾ ਕਿ ਤੁਸੀਂ ਇਹਦੀ ਆਪਣੀ ਸਨਮਾਨ ਕਰਨਾ ਵਾ, ਠੀਕ ਆ ਜੀ। ਸੋ 1 ਨੰਬਰ ਹੋ ਗਿਆ ਨਾ ਹੁਣ ਤੁਹਾਡਾ। ਹੁਣ 2 ਨੰਬਰ ਕਰੋ ਜੀ। ਇਹਦੇ ਵਿੱਚ ਕੁਐਸਚਨ ਬਹੁਤ ਟ੍ਰਿਕੀ ਬਣਦਾ ਵਾ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ, ਕਿਉਂਕਿ ਇਹਦੇ ਵਿੱਚ ਕੁਐਸਚਨ ਦੇ ਵਿੱਚ ਨਾ ਤੁਹਾਨੂੰ 4 ਆਪਸ਼ਨ ਦੇ ਕੇ ਕਹਿਣਗੇ ਦੱਸੋ ਇਹਨਾਂ 'ਚੋਂ ਕਿਹੜੀ ਫੰਡਾਮੈਂਟਲ ਡਿਊਟੀ ਹੈਗੀ ਆ, ਕਿਹੜੀ ਨਹੀਂਗੀ। ਸੋ ਇਹਦੇ ਵਿੱਚ ਤੁਹਾਨੂੰ ਮਿਕਸਅਪ ਕਰਨਗੇ, ਵਿੱਚ ਦੀ ਫੰਡਾਮੈਂਟਲ ਰਾਈਟਸ ਦੇਣਗੇ, ਵਿੱਚ ਦੀ ਹੋਰ ਆਰਟੀਕਲ ਐਡ ਕਰਕੇ ਤੁਹਾਨੂੰ ਦੇਣਗੇ। ਸੋ ਇਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਸੋ ਇਹਦੇ ਜਿਹੜੇ ਕੱਲਾ ਪੁਆਇੰਟ ਆ ਬਹੁਤ ਘੱਟ ਨੇ, 11 ਪੁਆਇੰਟ ਆਪਾਂ ਇੱਕ ਲਾਈਨ 'ਚ ਐਕਸਪਲੇਨ ਕਰਾਂਗੇ। ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ, ਇਹਨੂੰ ਇੱਦਾਂ ਨਹੀਂ ਲੈਣਾ ਕਿ ਬਸ ਉੱਪਰ ਵਾਲੇ ਆਪਾਂ 4 ਕਰ ਲਏ ਤੇ ਇਹਦੇ ਵਿੱਚੋਂ ਕੁਐਸਚਨ ਆ ਜਾਊਗਾ। ਕਿਉਂਕਿ ਖਾਸ ਕਰ ਜਿਹੜੇ PPSC ਹੋ ਗਿਆ ਜਾਂ ਪੰਜਾਬ ਪੁਲਿਸ ਦਾ SI ਵਗੈਰਾ ਦਾ ਪੇਪਰ ਹੋਊਗਾ, ਉਹਦੇ ਵਿੱਚ ਤੁਸੀਂ ਖੁਦ ਦੇਖੋਗੇ ਕਿ ਜਿਹੜੇ ਕੁਐਸਚਨ ਆਉਣਗੇ ਥੋੜ੍ਹੇ ਜਿਹੇ ਕਨਸੈਪਚੁਅਲ ਬੇਸ ਦੇ ਆਉਣਗੇ, ਇਕੱਲੇ ਤੁਹਾਡੇ MCU ਕਰਕੇ ਜਾਂ ਉੱਪਰ ਤੁਸੀਂ ਫੈਕਟ ਪੜ੍ਹ ਕੇ ਪੇਪਰ ਨਹੀਂ ਕੱਢ ਸਕਦੇ, ਠੀਕ ਹੈ ਜੀ। ਦੇਖੋ ਜੀ, ਉਹਨਾਂ ਮਹਾਨ ਆਦਰਸ਼ਾਂ ਦੀ ਕਦਰ ਕਰਨੀ ਆ ਆਪਾਂ, ਉਹਨਾਂ ਦਾ ਪਾਲਣ ਕਰਨਾ ਜਿਨ੍ਹਾਂ ਨੇ ਆਜ਼ਾਦੀ ਲਈ, ਠੀਕ ਹੈ ਜੀ, ਆਜ਼ਾਦੀ ਲਈ ਰਾਸ਼ਟਰੀ ਸੰਘਰਸ਼ ਨੂੰ ਪ੍ਰੇਰਿਤ ਕੀਤਾ।
ਜੋ ਆਦਰਸ਼ ਨੇ, ਜਿੱਦਾਂ ਗਾਂਧੀਵਾਦੀ ਆਦਰਸ਼ ਨੇ, ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਸੀਗਾ ਕਿ ਉਹਨਾਂ ਦੀ ਸੰਵਿਧਾਨ ਦੀ ਪਾਲਣਾ ਕਰਨੀ ਆ, ਠੀਕ ਆ। ਆਜ਼ਾਦੀ ਲਈ ਜਿਹੜਾ ਰਾਸ਼ਟਰੀ ਸੰਘਰਸ਼ ਹੋਇਆ ਸੀ ਉਸ ਟਾਈਮ ਦੇ ਉੱਤੇ, ਕਿੰਨੇ ਆਪਣੇ ਭਗਤ ਸਿੰਘ ਸ਼ਹੀਦ ਹੋ ਗਏ ਸੀ, ਸਾਰਿਆਂ ਦਾ ਤੁਸੀਂ ਉਹਨਾਂ ਤੋਂ ਪ੍ਰੇਰਿਤ ਹੋਣਾ ਵਾ, ਠੀਕ ਆ। ਦੇਖੋ ਆ ਲਿਖਿਆ ਹੋਇਆ ਨਾ, ਨੋਬਲ ਆਈਡਲਸ ਵਿੱਚ ਇੰਸਪਾਇਰਡ ਆਵਰ ਨੈਸ਼ਨਲ ਸਟਰਗਲ ਫॉर ਫਰੀडम। ਸੋ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸ਼ਾਰਪ ਮਾਈਂਡ ਹੋਏਗਾ ਤੁਹਾਡਾ, ਜਿਵੇਂ ਜਿਵੇਂ ਤੁਸੀਂ ਕਰੀ ਜਾਓਗੇ ਤੁਹਾਡੇ ਮਾਈਂਡ ਦੇ ਵਿੱਚ ਇਹ ਵਸ ਜਾਏਗੀ। ਸੋ ਇਹਨੂੰ ਤੁਸੀਂ ਨਾ ਇੰਟਰਸਟ ਲੈ ਕੇ ਪੜ੍ਹਨਾ ਵਾ। ਪੋਲਿਟੀ ਇੱਕ ਇਹੋ ਜਿਹਾ ਸਬਜੈਕਟ ਆ ਜਿਹੜਾ ਕਿ ਬਹੁਤ ਇੰਟਰਸਟਿੰਗ ਸਬਜੈਕਟ ਆ। ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹੋਗੇ ਨਾ, ਇਹ ਤੁਹਾਡੇ ਜਿਹੜੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਆ, ਡੇਲੀ ਰੂਟੀਨ ਆ ਤੁਹਾਡੀ, ਉਹਦੇ ਵਿੱਚ ਵੀ ਤੁਹਾਡੇ ਬਹੁਤ ਕੰਮ ਆਊਗਾ ਇਹ, ਠੀਕ ਆ ਜੀ। ਸੋ ਅੱਗੇ ਆਪਾਂ ਕਰਾਂਗੇ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ, ਸੋਵਰਨਟੀ, ਯੂਨਿਟੀ ਦੀ ਇੰਟੀਗ੍ਰਿਟੀ, ਠੀਕ ਆ ਜੀ। ਇਹ ਆਪਾਂ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ। ਜਿਹੜਾ ਆਪਾਂ ਪ੍ਰੈਂਬਲ ਟੌਪਿਕ ਕੀਤਾ ਸੀ ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖਿਆ ਤਾਂ ਪ੍ਰੈਂਬਲ ਟੌਪਿਕ ਦੇਖ ਲਓ। ਸੋ ਉਹਨੂੰ ਤੁਸੀਂ ਬਰਕਰਾਰ ਰੱਖਣਾ, ਏਕਤਾ ਨੂੰ ਬਰਕਰਾਰ ਰੱਖਣਾ, ਅਖੰਡਤਾ ਨੂੰ ਬਰਕਰਾਰ ਰੱਖਣਾ, ਉਹਦੀ ਰੱਖਿਆ ਕਰਨੀ ਆ, ਠੀਕ ਆ ਜੀ, ਮਾਨ ਵਗੈਰਾ ਦੀ ਸਾਰਿਆਂ ਦੀ, ਠੀਕ ਆ ਜੀ। ਠੀਕ ਆ, ਹੁਣ ਆਪਣੀ 3 ਹੋ ਗਈਆਂ। ਹੁਣ ਆ ਗਿਆ ਡੀ, ਚੌਥੇ ਨੰਬਰ ਦੀ, ਦੇਸ਼ ਦੀ ਰੱਖਿਆ ਕਰਨਾ। ਦੇਸ਼ ਦੀ ਤੁਸੀਂ ਰੱਖਿਆ ਕਰਨੀ ਆ, ਠੀਕ ਆ ਜੀ। ਅਤੇ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਰਾਸ਼ਟਰੀ ਸੇਵਾ ਪ੍ਰਦਾਨ ਕਰਨਾ। ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਨੈਸ਼ਨਲ ਦੀ ਕੋਈ ਨੈਸ਼ਨਲ ਸਰਵਿਸ ਤੁਸੀਂ ਪ੍ਰੋਵਾਈਡ ਕਰੋ ਤਾਂ ਤੁਹਾਡੀ ਡਿਊਟੀ ਬਣਦੀ ਆ ਕਿ ਤੁਸੀਂ ਉਹ ਕਰੋ। ਇੱਦਾਂ ਨਹੀਂ ਕਿ ਫੋਰਸਫੁਲੀ ਨਹੀਂ ਤੁਹਾਨੂੰ ਇਹ ਤੋਂ ਲਾਗੂ ਕਰਵਾ ਸਕਦੇ ਵੀ ਅੱਜ ਸਾਡੇ ਦੇਸ਼ ਦੇ ਉੱਤੇ ਇਹ ਆ ਗਈ ਅਤੇ ਤੁਸੀਂ ਨਹੀਂ ਤੁਸੀਂ ਤੁਹਾਨੂੰ ਇਹ ਕਰਨਾ ਹੀ ਪੈਣਾ ਵਾ, ਵੀ ਤੁਹਾਨੂੰ ਫੌਜ ਦੇ ਵਿੱਚ ਜਾਣਾ ਹੀ ਪੈਣਾ, ਤੁਹਾਨੂੰ ਜੰਗ ਦੇ ਉੱਤੇ ਜਾਣਾ ਹੀ ਪੈਣਾ। ਤੁਹਾਡੀ ਇੱਕ ਮਤਲਬ ਰੱਖਿਆ ਕਰਨ ਦਾ ਜਾਂ ਰਾਸ਼ਟਰੀ ਸੇਵਾ ਤੁਸੀਂ ਪ੍ਰਦਾਨ ਕਰਨੀ ਆ, ਠੀਕ ਆ ਜੀ। ਇਹ ਤੁਹਾਡਾ ਇੱਕ ਬੁਨਿਆਦੀ ਤੁਹਾਡਾ ਫਰਜ਼ ਆ, ਠੀਕ ਆ ਜੀ। ਅੱਗੇ ਕਰਦੇ ਹਾਂ ਜੀ ਆਪਾਂ 5 ਨੰਬਰ ਕੁਐਸਚਨ ਆ ਗਿਆ ਆਪਣਾ, ਠੀਕ ਆ ਜੀ। ਹੁਣ ਉਹ ਕਹਿੰਦੇ ਜੀ ਧਾਰਮਿਕ ਜਿਹੜੀ ਭਾਸ਼ਾਈ, ਠੀਕ ਆ। ਦੇਖੋ ਹੁਣ ਇਹਨੂੰ ਚੰਗੀ ਤਰ੍ਹਾਂ ਕਰਨਾ, ਬਹੁਤ ਇੰਪੋਰਟੈਂਟ ਕੁਐਸਚਨ ਆ। ਇਹਦੇ ਵਿੱਚੋਂ ਕੁਐਸਚਨ ਬਣਦਾ ਵਾ ਧਾਰਮਿਕ ਭਾਸ਼ਾ, ਖੇਤਰਾਂ ਤੋਂ, ਜਾਤੀ ਤੋਂ, ਠੀਕ ਆ। ਇਸ ਤੋਂ ਉੱਪਰ ਉੱਠ ਕੇ ਤੁਸੀਂ ਨਾ ਭਾਈਚਾਰਕ ਭਾਵਨਾ, ਬ੍ਰਦਰਹੁੱਡ, ਠੀਕ ਆ, ਬ੍ਰਦਰਹੁੱਡ ਦੀ ਜਿਹੜੀ ਭਾਵਨਾ ਵਾ ਉਹਨੂੰ ਤੁਸੀਂ ਉਤਸ਼ਾਹਿਤ ਕਰਨਾ। ਅਤੇ ਔਰਤਾਂ ਦਾ ਜਿਹੜੇ ਸਨਮਾਨ ਅਤੇ ਸੱਟ ਮਾਰਨ ਵਾਲੇ ਕੁਝ ਵਿਚਾਰਧਾਰਾ ਹੁੰਦੀਆਂ ਨੇ, ਠੀਕ ਆ, ਉਹਨੂੰ ਤੁਸੀਂ ਤਿਆਗਣਾ ਵਾ, ਠੀਕ ਆ। ਕਿਉਂਕਿ ਕਈ ਇੱਦਾਂ ਦੇ ਆਪਾਂ ਦੇਖਿਆ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਇੱਦਾਂ ਹੁੰਦਾ ਵੀ ਸੀ, ਠੀਕ ਆ। ਸੋ ਉਹਦੀ ਆਪਾਂ ਜ਼ਿਆਦਾ ਚਰਚਾ ਨਹੀਂ ਕਰਾਂਗੇ, ਆਪਾਂ ਜਸਟ ਇੱਕ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕਰ ਰਹੇ ਹਾਂ। ਸੋ ਤੁਸੀਂ ਸਮਝ ਗਏ ਹੋਵੋਗੇ ਕਿ ਔਰਤਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੇ ਅਮਲ ਨੂੰ ਤਿਆਗਣਾ ਵਾ। ਇਹ ਇੱਕ ਮੌਲਿਕ ਕਰਤੱਵ ਆ, ਠੀਕ ਆ, ਭਾਰਤ ਦੇ ਹਰੇਕ ਨਾਗਰਿਕ ਦਾ, ਠੀਕ ਆ। ਅਤੇ ਭਾਈਚਾਰਕ ਸਾਂਝ ਬਣਾਉਣਾ, ਠੀਕ ਆ, ਡਿਗਨਿਟੀ ਆਫ ਵੂਮੈਨ ਨੂੰ ਉਹ ਕਰਨਾ, ਠੀਕ ਆ ਜੀ। 6 ਨੰਬਰ ਆ ਗਿਆ ਜੀ ਸਾਡਾ ਪੁਆਇੰਟ। ਕਹਿੰਦਾ ਜੀ ਸਾਡੇ ਜਿਹੜੇ ਸੱਭਿਆਚਾਰ ਆ ਨਾ, ਜਿਹੜਾ ਸਾਡਾ ਕਲਚਰ ਆ, ਉਹਦੇ ਵਿੱਚ ਅਮੀਰ ਵਿਰਾਸਤ ਆ, ਜਿਹੜੀ ਸਾਡੀ ਹੈਰੀਟੇਜ ਆ, ਠੀਕ ਆ, ਉਹਦੀ ਤੁਸੀਂ ਵਿਰਾਸਤ ਦੀ ਤੁਸੀਂ ਕਦਰ ਕਰਨੀ ਆ ਅਤੇ ਉਹਨੂੰ ਸੰਭਾਲ ਕੇ ਰੱਖਣਾ, ਠੀਕ ਆ ਜੀ। ਇਹ ਵੀ ਤੁਹਾਡੀ ਇੱਕ ਫੰਡਾਮੈਂਟਲ ਡਿਊਟੀ ਆ, ਠੀਕ ਆ ਜੀ। ਹੁਣ ਦੇਖੋ ਜੀ ਆਹ ਕੁਐਸਚਨ ਆ ਗਿਆ, ਜੰਗਲਾਂ, ਝੀਲਾਂ, ਨਦੀਆਂ ਅਤੇ ਜੰਗਲੀ ਜਾਨਵਰਾਂ ਸਮੇਤ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨਾ। ਜਿਹੜੇ ਜੀਵਤ ਪ੍ਰਾਣੀ ਨੇ ਜਿਹੜੇ ਸਾਡੇ, ਠੀਕ ਆ, ਉਹਨਾਂ ਦੇ ਨਾਲ ਤੁਸੀਂ ਹਮਦਰਦੀ ਰੱਖਣੀ ਆ, ਠੀਕ ਆ। ਇਹ ਵੀ ਤੁਹਾਡੀ ਇੱਕ ਫੰਡਾਮੈਂਟਲ ਡਿਊਟੀ ਆ। ਤੁਸੀਂ ਨੈਚੁਰਲ ਇਨਵਾਇਰਮੈਂਟ ਨੂੰ, ਫੋਰੈਸਟ ਨੂੰ, ਲੇਕਸ ਨੂੰ, ਰਿਵਰਸ ਨੂੰ, ਵਾਈਲਡ ਲਾਈਫ ਨੂੰ ਤੁਸੀਂ ਸੰਭਾਲ ਕੇ ਰੱਖਣਾ ਅਤੇ ਉਹਦੇ ਵਿੱਚ ਸੁਧਾਰ ਕਰਨ ਦੇ ਲਈ ਕੋਸ਼ਿਸ਼ ਕਰਨੀ ਆ, ਠੀਕ ਆ ਜੀ। ਸੋ ਇਹ ਜਸਟ ਇੱਕ ਫੰਡਾਮੈਂਟਲ ਡਿਊਟੀ ਆ ਤੁਹਾਡੀ। ਹੁਣ ਜੀ ਵਿਗਿਆਨ, ਆਹ ਦੇਖੋ ਜੀ ਆਹ ਕੁਐਸਚਨ ਆ ਜਿਹੜਾ ਆਹ ਵਾਲਾ ਆਪਣਾ ਪੁਆਇੰਟ ਬਣਦਾ ਵਾ, ਜਿਹੜੇ ਇਹ ਕਹਿੰਦੇ ਜੀ ਵਿਗਿਆਨਕ ਸੁਭਾਅ, ਸਾਇੰਟੀਫਿਕ ਟੈਂਪਰ, ਮਾਨਵਵਾਦ, ਹਿਊਮਨਿਜ਼ਮ, ਠੀਕ ਆ ਜੀ, ਪੁੱਛ ਗਿੱਛ ਦੀ ਭਾਵਨਾ ਨੂੰ ਵਿਕਸਿਤ ਕਰਨਾ, ਠੀਕ ਆ। ਹੁਣ ਇਹਦਾ ਮਤਲਬ ਦੇਖੋ, ਇਹ ਥੋੜ੍ਹਾ ਜਿਹਾ ਨਾ ਦਿਮਾਗ ਨਾਲ ਮਤਲਬ ਥੋੜ੍ਹਾ ਜਿਹਾ ਆਪਾਂ ਨੂੰ ਲੱਗੇਗਾ ਵੀ ਸਮਝ ਨਹੀਂ ਆਇਆ, ਕਿਉਂਕਿ ਬਾਕੀ ਦੇ ਜਿਹੜੇ ਐਕਸਪਲੇਨ ਕਰਨ ਵਾਲੇ ਆ ਮੈਂ ਉਹੀ ਕਰਦਾ ਵਾਂ, ਬਾਕੀ ਤੁਸੀਂ ਆਪ ਸਮਝ ਸਕਦੇ ਹੋ, ਕਿਉਂਕਿ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰ ਰਹੇ ਹਾਂ, ਉਹਦੇ ਨਾਲ ਤੁਹਾਨੂੰ ਸਮਝ ਆ ਜਾਏਗੀ। ਹੁਣ ਦੇਖੋ ਜੀ, ਹੁਣ ਜੀ ਵਿਗਿਆਨਕ ਸੁਭਾਅ, ਮਤਲਬ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਕਿ ਲੋਕ ਅੰਧ ਵਿਸ਼ਵਾਸ ਦੇ ਪਿੱਛੇ ਭੱਜਦੇ ਨੇ, ਠੀਕ ਆ। ਕੋਈ ਵੀ ਚੀਜ਼ ਹੁੰਦੀ ਆ ਆਪਾਂ ਦੇਖਦੇ ਹਾਂ ਵੀ ਆਪਾਂ ਉਹਦੀ ਤਹਿ ਤੱਕ ਨਹੀਂ ਜਾਂਦੇ। ਆਪਾਂ ਦੇਖਿਆ ਜੀ, ਉਹਨਾਂ ਨੇ ਦਿਖਾਇਆ ਜੀ ਰਾਤ ਨੂੰ ਉਹਦੇ ਵਿੱਚ ਜਾਂਦੇ ਸੀ, ਜਾਂ ਉਹਦੇ ਵਿੱਚ ਉਹਨਾਂ ਨੇ ਬਾਬੇ ਨੇ ਇੱਕ ਚਮਤਕਾਰ ਕੀਤਾ ਅਤੇ ਉਹਦੇ ਵਿੱਚ ਉਹਨੇ ਬੱਚਾ ਉਡਾਤਾ, ਇੱਦਾਂ ਕਰਤਾ ਜਿੱਦਾਂ, ਹੈ ਨਾ। ਸੋ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨੇ ਉਹਦੀ ਨਾ ਉਹਨੂੰ ਤੁਸੀਂ ਮੰਨਣਾ ਨਹੀਂ ਗਾ। ਉਹ ਕਹਿੰਦੇ ਵੀ ਉਹਦੀ ਤੁਸੀਂ ਪੁੱਛ ਗਿੱਛ ਦੀ ਭਾਵਨਾ ਰੱਖੋ, ਤੁਸੀਂ ਉਹਦੀ ਤਹਿ ਤੱਕ ਜਾਓ ਵੀ ਕੀ ਇਹ ਸੱਚ ਹੋ ਸਕਦਾ। ਕਿਉਂਕਿ ਸਾਇੰਟੀਫਿਕ ਜਿਹੜਾ ਆਪਣਾ ਟੈਂਪਰ ਆ, ਜਿਹੜਾ ਸਾਇੰਟੀਫਿਕ ਟੈਂਪਰ ਨੂੰ ਤੁਸੀਂ ਉਤਸ਼ਾਹਿਤ ਕਰੋ, ਵਿਕਸਿਤ ਕਰੋ, ਅਤੇ ਉਹਨੂੰ ਤੁਸੀਂ ਪੁੱਛ ਗਿੱਛ ਕਰੋਗੇ ਵੀ ਹਾਂ ਵੀ ਇਹ ਚੀਜ਼ ਹੋ ਰਹੀ ਆ, ਵੀ ਇਹ ਚੀਜ਼ ਸਹੀ ਆ ਜਾਂ ਗਲਤ ਆ। ਕਿਉਂਕਿ ਅੱਜ ਕੱਲ੍ਹ ਵਿਗਿਆਨਕ ਯੁੱਗ ਆ, ਇਹਦੇ ਵਿੱਚ ਆਪਾਂ ਜਿਹੜੀਆਂ ਪੁਰਾਣੀਆਂ ਧਾਰਨਾਵਾਂ ਨੇ, ਠੀਕ ਆ, ਜਿਹੜੀਆਂ ਕਿ ਤੁਹਾਡੇ ਅੰਧ ਵਿਸ਼ਵਾਸ ਜਿਹੜਾ ਹੁੰਦਾ ਵਾ ਆਪਣਾ, ਠੀਕ ਆ, ਉਹਨੂੰ ਉਤਸ਼ਾਹਿਤ ਨਾ ਕਰਨ, ਠੀਕ ਆ। ਸੋ ਉਹ ਚੀਜ਼ ਦੱਸ ਰਿਹਾ ਹੈ, ਠੀਕ ਆ ਜੀ। ਤੁਹਾਡਾ ਨੈਕਸਟ ਆ ਗਿਆ ਤੁਹਾਡਾ। ਹੁਣ ਉਹ ਕਹਿੰਦੇ ਜੀ ਜਿਹੜੀ ਜਨਤਕ ਸੰਪਤੀ ਆ ਜਿਹੜੀ ਉਹਦੀ ਸੁਰੱਖਿਆ ਕਰਨੀ ਆ ਅਤੇ ਹਿੰਸਾ ਨੂੰ ਤੁਸੀਂ ਤਿਆਗਣਾ, ਠੀਕ ਆ ਜੀ। ਸੇਫਗਾਰਡ ਪਬਲਿਕ ਪ੍ਰੋਪਰਟੀ ਹੁੰਦੀ ਆ, ਟਰਾਂਸਪੋਰਟ ਹੋ ਗਏ, ਰੋਡ ਹੋ ਗਏ, ਜਾਂ ਪਬਲਿਕ ਪ੍ਰੋਪਰਟੀ
ਮੰਨ ਲਓ ਕਿਸੇ ਦਾ ਬਾਈਕ ਖੜਾ ਵਾ, ਠੀਕ ਆ, ਇੱਦਾਂ ਨਹੀਂ ਕਿ ਤੁਸੀਂ ਉਹ ਬਾਈਕ ਖੜਾ ਵਾ ਤਾਂ ਤੁਸੀਂ ਉਹਦੇ 'ਤੇ ਲੱਤ ਮਾਰੋਗੇ ਇਹ ਤਾਂ ਕਿਸੇ ਦਾ ਹੀ ਆ, ਜਾਂ ਬਾਈਕ ਕੱਢਣ ਲੱਗੇ ਹੋ ਤੁਸੀਂ ਸਟੈਂਡ ਦੇ ਉੱਤੇ ਗੱਡੀ ਕੱਢਣ ਲੱਗੇ ਹੋ, ਪਿੱਛੇ ਗੱਡੀ ਖੜੀ ਆ ਤਾਂ ਉਹਦੇ ਤੁਸੀਂ ਗੱਡੀ ਦੇ ਵਿੱਚ ਠਾਹ ਦੇਣੇ ਜਾ ਕੇ ਟੱਕਰ ਮਾਰੋਗੇ, ਇਹ ਕਿਹੜਾ ਮੇਰੀ ਆ। ਸੋ ਇਹ ਤੁਹਾਡੇ ਬੁਨਿਆਦੀ ਤੁਹਾਡਾ ਫਰਜ਼ ਆ, ਮੌਲਿਕ ਤੁਹਾਡਾ ਫੰਡਾਮੈਂਟਲ ਡਿਊਟੀ ਆ ਕਿ ਤੁਸੀਂ ਆਪਣੇ ਜਿਹੜੇ ਇਹਦੀ ਪਬਲਿਕ ਪ੍ਰੋਪਰਟੀ ਨੂੰ ਤੁਸੀਂ ਸੇਫਗਾਰਡ ਕਰਨਾ ਵਾ, ਠੀਕ ਆ। ਸੋ ਇਹਦੇ ਤੁਸੀਂ ਵਾਇਲੈਂਸ ਨੂੰ ਤਿਆਗਣਾ। ਵਾਇਲੈਂਸ ਦਾ ਮਤਲਬ ਜਦੋਂ ਵੀ ਕਿਤੇ ਵੀ ਕੋਈ ਵੀ ਇੱਦਾਂ ਦੀ ਕੋਈ ਵੀ ਦੁੱਖ ਦਾ ਘਟਨਾ ਵਾਪਰਦੇ ਆ, ਜਿੱਦਾਂ ਕਿ ਮੰਨ ਲਓ ਦੰਗੇ ਹੋ ਗਏ, ਠੀਕ ਆ, ਦੇਖੋ ਹੁਣ ਇਹਨੂੰ ਸਮਝੋ, ਮੰਨ ਲਓ ਦੰਗੇ ਹੋ ਗਏ, ਦੰਗਿਆਂ ਦੇ ਵਿੱਚ ਵਾਇਲੈਂਸ ਨੂੰ ਤੁਸੀਂ ਤਿਆਗਣਾ, ਠੀਕ ਆ ਜੀ। ਵਾਇਲੈਂਸ ਨਹੀਂ ਕਰਨੀ ਗੀ, ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਆ ਵੀ ਇੱਦਾਂ ਦਾ ਕੁਛ ਨਾ ਹੋਵੇ ਅਤੇ ਤੁਹਾਡੇ ਸਾਹਮਣੇ ਵੀ ਨਾ ਹੋਵੇ, ਠੀਕ ਆ ਜੀ। ਸੋ ਇਹ ਚੀਜ਼ ਆਪਣੀ ਇਹਦੇ ਵਿੱਚ ਆ ਜਾਂਦੀ ਹੈ, ਠੀਕ ਆ ਜੀ। ਸੋ ਪਬਲਿਕ ਪ੍ਰੋਪਰਟੀ ਨੂੰ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਕੰਧਾਂ ਦੇ ਉੱਤੇ ਲੋਕ ਦਿਲ ਬਣਾ ਕੇ ਕਦੇ ਕੁਛ ਵਾਹ ਦਿੰਦੇ ਆ, ਕਦੇ ਕੁਛ ਵਾਹ ਦਿੰਦੇ ਆ, ਠੀਕ ਆ, ਇੱਦਾਂ ਦਾ ਕੁਛ ਉਹ ਨਹੀਂ ਕਰਨਾ, ਠੀਕ ਆ। ਸੋ ਤੁਸੀਂ ਆਪਣੀ ਜਿਹੜੀ ਆਪਣੀ ਪਬਲਿਕ ਪ੍ਰੋਪਰਟੀ ਆ, ਜਿਹੜੀ ਤੁਸੀਂ ਦੇਸ਼ ਦੀ ਪ੍ਰੋਪਰਟੀ ਨੂੰ ਇਸ ਕਰਕੇ ਗੰਦਾ ਕਰ ਰਹੇ ਹੋ, ਠੀਕ ਆ ਜੀ। ਅੱਗੇ ਕਰਾਂਗੇ ਜੀ ਆਪਾਂ। ਹੁਣ ਆ ਗਿਆ ਜੀ ਸਾਡੇ ਕੋਲੇ ਵਿਅਕਤੀਗਤ ਅਤੇ ਸਮੂਹਿਕ ਯਤਨਾਂ ਦੇ ਸਾਰੇ ਖੇਤਰਾਂ 'ਚ ਉੱਨਤੀ ਲਈ ਜੱਦੋ-ਜਹਿਦ ਕਰਨਾ। ਦੇਖੋ ਜੀ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ, ਠੀਕ ਹੈ ਜੀ। ਸੋ ਦੇਸ਼ ਲਗਾਤਾਰ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਦੇ ਉੱਚੇ ਪੱਧਰ ਵੱਲ ਵੱਧਦਾ ਰਹੇ। ਮਤਲਬ ਕਿ ਤੁਸੀਂ ਆਪਦੇ ਜਿਹੜੇ ਇੰਡੀਵਿਜੂਅਲੀ ਤੌਰ ਦੇ ਉੱਤੇ ਠੀਕ ਆ ਜੀ। ਸੋ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਸੀਂ ਇੱਦਾਂ ਦੇ ਯਤਨ ਕਰਨੇ ਆ ਕਿ ਤੁਸੀਂ ਇੰਡੀਵਿਜੂਅਲ ਤੌਰ 'ਤੇ ਇੱਦਾਂ ਦੇ ਯਤਨ ਕਰੋਗੇ ਤਾਂ ਪੂਰੇ ਜਿਹਦਾ ਫਾਇਦਾ ਦੇਸ਼ ਨੂੰ ਵੀ ਹੋਵੇ। ਇਹ ਵੀ ਤੁਹਾਡੀ ਇੱਕ ਫੰਡਾਮੈਂਟਲ ਡਿਊਟੀ ਆ, ਕਿਉਂਕਿ ਜਦੋਂ ਤੁਸੀਂ ਗਰੋ ਕਰੋਗੇ, ਮੰਨ ਲਓ ਤੁਸੀਂ ਗਰੋ ਕੀਤੀ, ਤੁਸੀਂ ਟੈਕਸ ਭਰ ਰਹੇ ਹੋ, ਠੀਕ ਆ। ਸੋ ਤੁਸੀਂ ਦੇਸ਼ ਦੇ ਵਿਕਾਸ ਦੇ ਵਿੱਚ ਭਾਗੀਦਾਰ ਬਣ ਰਹੇ ਹੋ, ਠੀਕ ਆ। ਸੋ ਇਹਦਾ ਮਤਲਬ ਇਹ ਹੋ ਜਾਂਦਾ। ਸੋ ਇਹ ਜ਼ਿਆਦਾ ਉਹ ਨਹੀਂ ਗਾ, ਠੀਕ ਆ, ਜ਼ਿਆਦਾ ਸਮਝਾਉਣ ਵਾਲੀ ਚੀਜ਼ ਨਹੀਂ, ਤੁਸੀਂ ਸਮਝ ਗਏ ਹੋਵੋਗੇ ਵੀ ਜੇ ਤੁਸੀਂ ਤਰੱਕੀ ਕਰੋਗੇ ਤਾਂ ਦੇਸ਼ ਵੀ ਤਰੱਕੀ ਕਰੂਗਾ, ਠੀਕ ਹੈ ਜੀ। ਨੈਕਸਟ ਕਰਾਂਗੇ ਆਪਾਂ। ਹੁਣ ਦੇਖੋ ਜੀ ਆਹ 11ਵਾਂ, ਆਹ ਮੋਸਟ ਇੰਪੋਰਟੈਂਟ ਆ, ਆਹ ਬਾਅਦ ਵਿੱਚ ਐਡ ਹੋਇਆ ਸੀ, ਪਹਿਲਾਂ 10 ਸੀਗੇ। ਇਹਦੇ ਵਿੱਚੋਂ ਕੁਐਸਚਨ ਬਣਦਾ ਹੀ ਬਣਦਾ, ਇਹਨੂੰ ਤੁਸੀਂ ਸਟਾਰ ਮਾਰਕ ਕਰ ਲਓ, ਠੀਕ ਆ ਜੀ। 86ਵੀਂ ਸੋਧ ਹੋਈ ਸੀ 2002 'ਚ। ਇਹ ਕਹਿੰਦੇ ਜੀ 11ਵਾਂ ਕਰਤੱਵ ਐਡ ਕੀਤਾ ਇਹਨਾਂ ਨੇ ਕਿ ਮਾਂ-ਬਾਪ ਨੇ ਜਿਹੜੇ, ਠੀਕ ਆ, ਉਹ ਬੱਚਿਆਂ ਦੇ ਗਾਰਡੀਅਨ ਜਾਂ ਬੱਚਿਆਂ ਦਾ ਕੋਈ ਗਾਰਡੀਅਨ, ਜਿੱਦਾਂ ਕਿਸੇ ਨੇ ਗੋਦ ਲਿਆ ਹੁੰਦਾ, ਠੀਕ ਆ, ਜਾਂ ਕਿਸੇ ਦੇ ਅੰਡਰ ਹੁੰਦਾ ਵਾ ਬੱਚਾ, ਠੀਕ ਆ, ਕੋਈ ਬੱਚੇ ਨੂੰ ਪਾਲ ਰਿਹਾ ਹੁੰਦਾ, ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰਦੀਆਂ 6 ਤੋਂ 14 ਸਾਲ ਤੱਕ ਦੇ ਬੱਚੇ ਨੂੰ, ਠੀਕ ਆ, 6 ਤੋਂ 14 ਸਾਲ। ਇਹ 86ਵੀਂ ਅਮੈਂਡਮੈਂਟ 'ਚ। ਹੁਣ ਦੇਖੋ, ਹੁਣ ਤੁਸੀਂ ਦੇਖੋਗੇ ਕਿ ਇਹ ਯਾਰ ਇਹਦੇ ਵਿੱਚ ਨਾ ਫੰਡਾਮੈਂਟਲ ਡਿਊਟੀ ਦੇ ਵਿੱਚ ਵੀ ਐਡ ਹੋਇਆ ਅਤੇ ਫੰਡਾਮੈਂਟਲ ਕਰਤੱਵ ਦੇ ਵਿੱਚ ਵੀ ਐਡ ਹੋਇਆ, ਫੰਡਾਮੈਂਟਲ ਰਾਈਟਸ ਦੇ ਵਿੱਚ ਵੀ ਐਡ ਹੋਇਆ। ਸੋ ਇਹ ਦੋਨੀ ਜਗ੍ਹਾ ਦੇ ਉੱਤੇ ਐਡ ਕੀਤਾ ਹੋਇਆ ਉਹਨਾਂ ਨੇ, ਠੀਕ ਆ। ਉਹਦੇ ਵਿੱਚ 21A ਆਰਟੀਕਲ ਦੇ ਵਿੱਚ ਆਪਣਾ ਨਿਰਦੇਸ਼ ਦਿੱਤੇ ਹੋਏ ਨੇ ਉਹਨਾਂ ਨੇ ਕਿ ਉਹਨੂੰ ਤੁਸੀਂ ਪ੍ਰੋਵਾਈਡ, ਉਹਦਾ ਅਧਿਕਾਰ ਆ ਵੀ ਉਹਨੂੰ 6 ਤੋਂ 14 ਸਾਲ ਦੇ ਜਿਹੜਾ ਬੱਚਾ ਵਾ ਉਹਨੇ ਇਹ ਸਿੱਖਿਆ ਲੈਣੀ ਆ, ਠੀਕ ਆ। ਸੋ ਇੱਕ ਤੁਹਾਨੂੰ ਤੁਸੀਂ DPSP ਕੀਤਾ ਹੋਊ, ਉਹਦੇ ਵਿੱਚ ਵੀ ਦਰਜ ਆ। ਇਹ ਐਕਚੁਅਲ ਦੇ ਵਿੱਚ ਪਹਿਲਾਂ DPSP ਦੇ ਵਿੱਚ ਆਰਟੀਕਲ 45 ਦੇ ਵਿੱਚ ਦਰਜ ਸੀ, ਬਟ ਹੁਣ ਆਪਾਂ DPSP 'ਚ ਪਿਛਲੀ ਵਾਰ ਪੜ੍ਹਿਆ ਕਿ ਜਿਹੜੇ ਆਰਟੀਕਲ 45 ਦੇ ਵਿੱਚ ਉਹਨਾਂ ਨੇ, ਜਦੋਂ ਇਹ 86ਵੀਂ ਸੋਧ ਹੋਈ ਸੀ ਉਦੋਂ 3 ਅਮੈਂਡਮੈਂਟ ਹੋਈਆਂ ਸੀ। ਸੋ ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਜਿਹੜਾ ਬੱਚੇ ਨੇ ਉਸ ਨੂੰ 6 ਸਾਲ ਤੱਕ ਦੇ, ਇੱਥੇ ਉਹਨਾਂ ਨੇ ਕਹਿੰਦਾ ਵੀ 6 ਸਾਲ ਤੱਕ ਦੇ ਬੱਚੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਾਉਣੀ ਆ, ਠੀਕ ਆ ਜੀ। ਸੋ ਇਹਦੇ 'ਚ 6 ਤੋਂ 14 ਸਾਲ ਦੇ ਬੱਚੇ ਨੂੰ ਇਹ ਮਾਂ-ਬਾਪ ਨੂੰ, ਜਾਣੀ ਉਹਨਾਂ ਨੇ ਉਹ ਦਿੱਤਾ ਵਾ, ਮਾਂ-ਬਾਪ ਨੂੰ ਇਹ ਦਿੱਤਾ ਜਿਹੜੇ ਗਾਰਡੀਅਨ ਨੇ। ਸੋ ਇੱਕ ਮੌਲਿਕ ਕਰਤੱਵ ਦੇ ਨਾਲ ਮੌਲਿਕ ਤੁਹਾਡਾ ਅਧਿਕਾਰ ਵੀ ਆ। ਸੋ ਦੋਨੇ ਚੀਜ਼ਾਂ ਇਹਦੇ ਵਿੱਚ ਕਵਰ ਹੋ ਜਾਂਦੀਆਂ, ਠੀਕ ਆ। ਆਈ ਹੋਪ ਤੁਸੀਂ ਇਹਨੂੰ ਸਮਝ ਚੁੱਕੇ ਹੋਵੋਗੇ। ਤੋਂ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਇਹੀ ਬਣੂਗਾ 86ਵੀਂ ਸੋਧ ਕਿਹਦੇ ਨਾਲ ਆ, ਤਾਂ ਤੁਹਾਨੂੰ ਪਤਾ ਲੱਗ ਜਾਵੇ 6 ਤੋਂ 14 ਸਾਲ ਦੇ ਬੱਚੇ ਨੂੰ ਸਿੱਖਿਆ ਪ੍ਰਦਾਨ ਕਰਨਾ ਫਰਜ਼ ਵੀ ਆ ਅਤੇ ਉਹਦਾ ਅਧਿਕਾਰ ਵੀ ਆ, ਠੀਕ ਆ ਜੀ। ਅੱਗੇ ਕਰਾਂਗੇ ਜੀ ਆਪਾਂ। ਨੈਕਸਟ ਆ ਗਿਆ ਜੀ ਸਾਡੇ ਕੁਝ ਮੌਲਿਕ ਅਧਿਕਾਰ ਹੁੰਦੇ ਨੇ ਜਿਹੜਾ, ਠੀਕ ਹੈ ਜੀ। ਹੁਣ ਇਹ ਫੰਡਾਮੈਂਟਲ ਰਾਈਟਸ ਦੀ ਗੱਲ ਹੋ ਰਹੀ ਆ, ਠੀਕ ਆ। ਸਮ ਟਾਈਮ ਬੰਦਾ ਕਨਫਿਊਜ਼ ਹੋ ਜਾਂਦਾ ਵਾ ਇਹ 'ਚ। ਹੁਣ ਆਪਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰ ਰਹੇ ਹਾਂ, ਠੀਕ ਆ, ਜਿਹੜੇ ਆਪਾਂ ਪਹਿਲਾਂ ਕਰ ਚੁੱਕੇ ਹਾਂ, ਭਾਗ 3 ਦੇ ਵਿੱਚ ਦਰਜ ਨੇ ਆਪਣੇ, ਠੀਕ ਆ, 12 ਤੋਂ 35 ਨੰਬਰ ਆਰਟੀਕਲ 'ਚ। ਕਹਿੰਦਾ ਜੀ ਕੁਝ ਮੌਲਿਕ ਅਧਿਕਾਰ ਨੇ ਜਿਹੜੇ ਉਹ ਸਾਰੇ ਵਿਅਕਤੀਆਂ ਨੂੰ ਹੁੰਦੇ ਨੇ, ਜਿੰਨੇ ਵੀ ਵਿਅਕਤੀ ਨੇ, ਠੀਕ ਆ, ਭਾਵੇਂ ਉਹ ਭਾਰਤ 'ਤੇ ਹੁਣ, ਕੁਝ, ਸਾਰੇ ਨਹੀਂ, ਕੁਝ ਜਿਹੜੇ ਕੁਛ ਇਹੋ ਜਿਹੇ ਮੌਲਿਕ ਅਧਿਕਾਰ ਨੇ ਜਿਹੜੇ ਕਿ ਭਾਰਤ ਦੇ ਨਾਗਰਿਕ ਹੋਣ ਜਾਂ ਵਿਦੇਸ਼ਾਂ, ਸਾਰੇ ਮੌਲਿਕ ਕਰਤੱਵ ਜਿਹੜੇ ਹੁੰਦੇ ਨੇ, ਠੀਕ ਹੈ ਜੀ। ਇਹ ਅਧਿਕਾਰ ਨੇ, ਆਹ ਡਿਊਟੀ ਆ, ਠੀਕ ਹੈ ਜੀ, ਆਹ ਰਾਈਟਸ ਨੇ, ਆਹ ਡਿਊਟੀਜ਼ ਆ। ਬਟ ਜਿਹੜੀ ਡਿਊਟੀਜ਼ ਆ ਉਹ ਸਿਰਫ ਭਾਰਤ ਦੇ ਨਾਗਰਿਕਾਂ ਤੱਕ ਹੀ ਸੀਮਿਤ ਆ। ਤੋਂ ਵਿਦੇਸ਼ੀ ਲੋਕਾਂ ਤੱਕ ਉਹਨਾਂ ਨੇ ਦੇਖਿਆ ਕਿ ਵਿਦੇਸ਼ੀ ਲੋਕਾਂ ਤੱਕ ਵਧਾਉਣ ਦਾ ਕੋਈ ਫਾਇਦਾ ਨਹੀਂ ਹੈ। ਭਾਰਤ ਜਿਹੜੇ ਨਾਗਰਿਕ ਇੱਥੇ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਨੇ। ਬਟ ਮੌਲਿਕ ਅਧਿਕਾਰ ਆਪਾਂ ਦੇਖਿਆ ਕਿ ਭਾਰਤ ਦੇ ਨਾਗਰਿਕ ਨੂੰ ਤਾਂ ਹੁੰਦੇ ਹੀ ਆ, ਠੀਕ ਆ। ਸੋ ਕੁਛ ਮੌਲਿਕ ਅਧਿਕਾਰ ਇੱਦਾਂ ਦੇ ਨੇ ਜਿੱਦਾਂ ਰਾਈਟ ਟੂ ਲਾਈਫ ਹੋ ਗਿਆ, ਜਾਂ ਮਤਲਬ 20 ਨੰਬਰ ਹੋ ਗਿਆ, 21 ਨੰਬਰ, 22 ਨੰਬਰ, 23 ਨੰਬਰ, 24 ਨੰਬਰ, ਕੁਛ ਮੌਲਿਕ ਅਧਿਕਾਰ ਇੱਦਾਂ ਦੇ ਨੇ। ਆਰਟੀਕਲ 14 ਹੋ ਗਿਆ, ਉਹਦੇ ਵਿੱਚ ਤਾਂ ਇੱਦਾਂ ਹੀ ਆ ਨਾ ਵੀ ਕੋਈ ਜੇ ਵਿਦੇਸ਼ੀ ਬੰਦਾ ਵੀ ਆਇਆ ਤਾਂ ਉਹਨੂੰ ਵੀ ਉਦੋਂ ਉਹ ਅਧਿਕਾਰ ਦਿੱਤਾ ਹੋਇਆ। ਇੱਦਾਂ ਥੋੜ੍ਹੀ ਆ ਵੀ ਜੇ ਕੋਈ ਵਿਦੇਸ਼ੀ ਆਇਆ ਤਾਂ ਉਹਨੂੰ ਅਧਿਕਾਰ ਨਹੀਂ ਗਾ ਕੋਈ, ਹੈ ਨਾ, ਵੀ ਉਹਦਾ ਕੋਈ ਕਤਲ ਹੋ ਜਾਊਗਾ, ਉਹਨੂੰ ਕੋਈ ਸੱਟ ਫੇਟ ਮਾਰੂਗਾ, ਠੀਕ ਆ ਜੀ। ਸੋ ਇਹ ਹੋ ਜਾਊਗਾ। ਬਟ ਇਹਦੇ ਵਿੱਚ ਕੁਛ ਆਰਟੀਕਲ, ਜਿਵੇਂ ਹੁਣ ਆਰਟੀਕਲ 16 ਹੋ ਗਿਆ, ਆਰਟੀਕਲ 16 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਰਟੀਕਲ 16 ਦੇ ਵਿੱਚ ਪਬਲਿਕ ਇੰਪਲੋਇਮੈਂਟ ਦਾ ਵਾ, ਬਟ ਉਹ ਤਾਂ ਭਾਰਤ ਦੇ ਨਾਗਰਿਕ ਨੂੰ ਮਿਲਦੇ ਆ। ਵਿਦੇਸ਼ੀ ਬੰਦਾ ਆ ਕੇ ਥੋੜ੍ਹੀ ਇੱਥੇ ਆ ਕੇ ਕਹਿ ਸਕਦਾ ਵੀ ਮੈਂ ਤੁਹਾਡੇ
ਤੁਹਾਡੇ ਉਹਦੇ ਵਿੱਚ ਮੰਨ ਲਓ ਮੈਂ ਪਟਵਾਰੀ ਲੱਗਣਾ ਵਾ, ਠੀਕ ਆ। ਸੋ ਇਹ ਸਿਰਫ ਕੁਛ ਜਾਣੀ ਮੌਲਿਕ ਅਧਿਕਾਰ ਵਿਦੇਸ਼ੀਆਂ ਨੂੰ ਵੀ ਦਿੱਤੇ ਗਏ ਆ, ਕੁਛ ਮੌਲਿਕ ਅਧਿਕਾਰ ਜਿਹੜੇ ਹੈਗੇ ਨੇ ਆਪਣੇ ਭਾਰਤ ਦੇ ਨਾਗਰਿਕਾਂ ਨੂੰ ਵੀ ਦਿੱਤੇ ਹੋਏ ਨੇ, ਠੀਕ ਹੈ। ਸੋ ਅਲੱਗ-ਅਲੱਗ ਵੈਰੀ ਕਰਦੇ ਨੇ ਇਹ। ਸੋ ਇੰਨਾ ਕੰਸੈਪਚੁਅਲ ਕੁਐਸਚਨ ਨਹੀਂ ਆਊਗਾ ਪੇਪਰ ਦੇ ਵਿੱਚ ਤੁਹਾਨੂੰ ਇਹੀ ਆਏਗਾ। ਸੋ ਬਟ ਜਿਹੜੀ ਫੰਡਾਮੈਂਟਲ ਡਿਊਟੀਜ਼ ਨੇ ਉਹ ਸਿਰਫ ਇੰਡੀਅਨ ਨੈਸ਼ਨਲਿਸਟ ਲਈ ਹੋਈ ਹੈਗੀ ਆ, ਠੀਕ ਹੈ ਜੀ। ਸੋ ਅੱਗੇ ਆ ਗਿਆ ਜੀ, ਹੁਣ ਆਪਾਂ ਕਰ ਲਿਆ ਹੋਇਆ, ਠੀਕ ਹੈ ਜੀ। ਆ ਆਪਣਾ ਉਹੀ ਆ, ਠੀਕ ਹੈ, ਐਕਸਟੈਂਡ ਨਹੀਂ ਕਰਦੇਗੇ। ਸੋ ਹੁਣ ਆਪਾਂ MCQ ਕਰਾਂਗੇ, ਜਿਹੜੇ ਕੁਛ MCQ ਬਣਦੇ ਆ ਇਹਦੇ ਉੱਤੇ ਮੈਂ 6 7 8 MCQ ਲੈ ਕੇ ਆਇਆ ਵਾਂ ਤੁਹਾਡੇ ਲਈ। ਸੋ ਇਹ ਕੁਐਸਚਨ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਰਿਪੀਟ ਹੋਏ ਨੇ, ਆਪਾਂ ਉਹੀ ਚੱਕ ਕੇ ਸਿੱਧੇ ਡਾਇਰੈਕਟ ਤੁਹਾਨੂੰ ਦਿਖਾ ਦਿੱਤੇ ਆ। ਸੋ ਜਦੋਂ ਆਪਾਂ ਉਹ ਕੋਰਸ ਆਪਣਾ ਪੂਰਾ ਹੋ ਜਾਊਗਾ ਤਾਂ ਬਹੁਤ MCQ ਕਰਾਂਗੇ, ਉਹਦੀ ਤੁਸੀਂ ਟੈਨਸ਼ਨ ਨਾ ਲਿਓ। ਅਜੇ ਜਸਟ ਆਪਾਂ ਇੱਕ ਓਵਰਵਿਊ ਲਿਆ ਵਾ, ਤੁਹਾਨੂੰ ਵੀ ਪਤਾ ਲੱਗੇ ਵੀ ਤੁਹਾਡੀ ਤਿਆਰੀ ਕਿੱਥੇ ਤੱਕ ਪਹੁੰਚੀ ਆ, ਤੁਹਾਨੂੰ ਪਤਾ ਵੀ ਲੱਗਦਾ ਵਾ ਸਮਝ ਵੀ ਆ ਰਹੀ ਆ। ਜੇ ਸਮਝ ਨਹੀਂ ਆ ਰਹੀ ਤਾਂ ਤੁਸੀਂ ਵੀਡੀਓ ਲੈਕਚਰ ਨੂੰ 2 ਵਾਰੀ ਦੇਖੋ, ਤੁਹਾਨੂੰ ਸਮਝ ਆ ਜਾਏਗੀ। PDF ਨੂੰ 2-3 ਵਾਰੀ ਪੜ੍ਹੋ, ਤੁਹਾਨੂੰ ਆਪਣੇ ਆਪ ਸਮਝ ਆ ਜਾਏਗੀ। ਤੁਸੀਂ ਫਿਰ ਜਿਹੜੀ ਮਰਜ਼ੀ ਬੁੱਕ ਤੋਂ ਕਰ ਲਓ, ਜ਼ਰੂਰੀ ਨਹੀਂ ਕਿ ਆਪਣੀ ਕਲਾਸ ਤੋਂ ਹੀ ਕਰਦੇ ਆ, ਆਪਣੇ ਨੋਟਸ ਤੋਂ ਹੀ ਕਰਦੇ ਆ। ਤੁਸੀਂ ਕੋਈ ਬੁੱਕ ਵੀ ਚੱਕੋਗੇ, ਉਹਦੇ ਵਿੱਚੋਂ ਵੀ ਤੁਸੀਂ ਆਰਾਮ ਨਾਲ ਕੁਐਸਚਨ ਸੋਲਵ ਕਰੋਗੇ, ਠੀਕ ਆ ਜੀ। ਹੁਣ ਦੇਖੋ ਜੀ, ਜਿਹੜੇ ਭਾਰਤ ਦੇ ਸੰਵਿਧਾਨ ਤੋਂ ਮੌਲਿਕ ਕਰਤੱਵਾਂ ਨੂੰ ਕਿਹੜੇ ਕੌਂਸਟੀਟਿਊਸ਼ਨ ਤੋਂ ਅਡੋਪਟ ਕੀਤਾ, ਇਹ ਮੈਂ ਕਰਵਾਇਆ ਹੋਇਆ ਵਾ, ਤੁਹਾਨੂੰ ਸੋਚ ਲਓ 10 ਸੈਕਿੰਡ ਲਈ ਸੋਚ ਲਓ। ਅਮਰੀਕਾ ਤੋਂ ਲਿਆ ਵਾ, ਜਾਪਾਨ ਤੋਂ ਲਿਆ, USSR ਤੋਂ ਲਿਆ ਜਾਂ ਬ੍ਰਿਟੇਨ ਤੋਂ ਲਿਆ। ਸੋ ਇਹ ਰਸ਼ੀਆ ਤੋਂ ਲਏ ਨੇ, ਆਪਾਂ ਕਰ ਚੁੱਕੇ ਹਾਂ, ਠੀਕ ਹੈ ਜੀ। 2 ਨੰਬਰ ਕੁਐਸਚਨ ਆ ਗਿਆ। ਹੁਣ ਜਿਹੜੇ ਭਾਰਤ ਦੀਆਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਜੀ, ਠੀਕ ਹੈ ਜੀ, ਸੰਵਿਧਾਨ ਦੇ ਵਿੱਚ ਜਿਹੜੀਆਂ ਦਰਜ ਨੇ ਫੰਡਾਮੈਂਟਲ ਡਿਊਟੀਜ਼, ਉਹ ਪੁੱਛਦੇ ਨੇ ਕਿ ਕਦੋਂ ਦਰਜ ਕੀਤੀਆਂ ਸੀ। ਦੇਖੋ ਹੁਣ ਇਹ ਕੁਐਸਚਨ ਤੁਹਾਨੂੰ ਸਿੱਧਾ ਕੁਐਸਚਨ ਇੱਦਾਂ ਦਾ ਬਣੂਗਾ, ਠੀਕ ਆ। 1976 'ਚ ਐਡ ਕੀਤੀਆਂ ਸੀ, 42ਵੀਂ ਅਮੈਂਡਮੈਂਟ ਦੇ ਵਿੱਚ ਐਡ ਕੀਤੀਆਂ ਸੀ, ਠੀਕ ਹੈ ਜੀ। ਸੋ ਇਹ ਆਪਾਂ ਕਰਾਂ 42ਵੀਂ ਅਮੈਂਡਮੈਂਟ ਹੋਈ ਸੀ ਸੰਵਿਧਾਨ ਦੀ 1976 ਦੇ ਵਿੱਚ। ਹੁਣ ਦੇਖੋ ਜੀ, ਵਰਤਮਾਨ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ, ਹੁਣ ਦੇਖੋ ਹੁਣ ਫਿਲਹਾਲ ਹੁਣ ਦਾ ਇਸ ਟਾਈਮ ਦਾ ਪੁੱਛ ਰਹੇ ਆ, 11 ਮੌਲਿਕ ਅਧਿਕਾਰ ਦਰਜ ਨੇ। ਬਟ ਜਦੋਂ 1942 ਦੇ ਵਿੱਚ 42ਵੀਂ ਅਮੈਂਡਮੈਂਟ 'ਚ 1976 ਦੇ ਵਿੱਚ ਐਡ ਕੀਤੀਆਂ ਸੀ, ਉਦੋਂ 10 ਸੀਗੀਆਂ, ਪਰ ਫਿਲਹਾਲ 11 ਨੇ, ਠੀਕ ਆ ਸਾਡੇ ਕੋਲ। ਨੈਕਸਟ ਆ ਗਿਆ ਸਾਡਾ, ਹੁਣ ਆ ਗਿਆ ਜੀ, ਭਾਰਤ ਵਿੱਚ ਬੁਨਿਆਦੀ ਜਿਹੜੇ ਫਰਜ਼ ਨੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਨੇ, ਉਹ ਕਿਹੜੇ ਆਰਟੀਕਲ ਦੇ ਵਿੱਚ ਦਰਜ ਆ। ਦੇਖੋ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਕਈ ਵਾਰ ਕਨਫਿਊਜ਼ਨ ਹੁੰਦੀ ਆ। 48A ਕਈ ਵਾਰ ਆਪਸ਼ਨ 'ਚ ਹੁੰਦਾ, ਆਪਾਂ ਨਾ 48A ਲਾਏ ਆਉਂਦੇ ਆ, ਬਟ ਉਹ 48A ਨਹੀਂ ਹੁੰਦਾ ਗਾ, ਠੀਕ ਆ। ਸੋ ਇਹ ਤੁਸੀਂ ਯਾਦ ਕਰਨਾ ਕਿ 51A ਜਿਹੜਾ ਵਾ ਨਾ ਤੁਹਾਡਾ ਆਰਟੀਕਲ, ਇਹ ਆਏਗਾ ਤੁਹਾਡਾ ਆਰਟੀਕਲ 20। ਸੋ ਆਹ ਆਪਾਂ ਕੀਤਾ ਹੀ ਹੋਇਆ ਵਾ ਕਿ ਇਹ ਸਾਡਾ ਉਹਦੇ ਲਈ ਆਪਣਾ ਫੰਡਾਮੈਂਟਲ ਰਾਈਟਸ ਲਈ ਆ। 36 ਤੋਂ 51 ਸਾਡੇ ਲਈ ਹੈਗੀ ਆ, DPSP ਦਾ ਪਾਰਟ ਆ ਵੀ ਸਾਡਾ ਫੰਡਾਮੈਂਟਲ ਰਾਈਟਸ ਦਾ ਪਾਰਟ ਆ, ਠੀਕ ਆ ਜੀ। ਸੋ ਆਹ ਆਪਣਾ 51A ਸਾਡਾ ਆਪਸ਼ਨ B ਬਿਲਕੁਲ ਸਹੀ ਚਲਾ ਜਾਏਗਾ। ਸੋ ਵੈਸੇ ਤਾਂ ਤੁਹਾਡੇ ਪਾਰਟ 4 'ਚ ਦਰਜ ਆ ਆਰਟੀਕਲ 51 'ਚ, ਵੈਸੇ ਤੁਹਾਨੂੰ ਇਹ ਯਾਦ ਹੋ ਗਏ ਹੋਣੇ ਆ। ਜੇ ਨਹੀਂ ਹੋਏ ਤਾਂ ਤੁਸੀਂ ਕੋਈ ਗੱਲ ਨਹੀਂ, PDF ਰਿਵਾਈਜ਼ ਕਰੋਗੇ ਤਾਂ ਤੁਹਾਨੂੰ ਆਰਾਮ ਨਾਲ ਹੌਲੀ ਸਮਝ ਆ ਜਾਏਗਾ। ਹੁਣ ਜੀ ਸਾਡਾ ਆਇਆ, ਕਹਿੰਦਾ ਜੀ ਕਿਹੜੀ ਕਮੇਟੀ ਆ ਜਿਹਨੇ ਭਾਰਤੀ ਸੰਵਿਧਾਨ 'ਚ ਬੁਨਿਆਦੀ ਕਰਤੱਵਾਂ ਦੀ ਵਕਾਲਤ ਕੀਤੀ ਸੀ। ਮਤਲਬ ਕਿਹਨੇ ਕਮੇਟੀ ਨੇ ਸੁਜੈਸਟ ਕੀਤੇ ਸੀ ਕਿ ਜਿਹੜੇ ਫੰਡਾਮੈਂਟਲ ਰਾਈਟਸ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਹੋਣੇ ਚਾਹੀਦੇ। ਵਰਮਾ ਕਮੇਟੀ ਨੇ ਕੀਤੀ ਸੀ, ਸਰਕਾਰੀਆ ਕਮੇਟੀ ਨੇ ਕੀਤੀ ਸੀ, ਬਲਵੰਤ ਰਾਏ ਮਹਿਤਾ ਕਮੇਟੀ ਨੇ, ਜਾਂ ਸਵਰਨ ਸਿੰਘ। ਆਪਾਂ ਕੀਤਾ ਕਿ ਸਵਰਨ ਸਿੰਘ ਕਮੇਟੀ ਸੀਗੀ ਜਿਹਨੇ ਕਿ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕਰਨ ਲਈ ਸਿਫਾਰਿਸ਼ ਕੀਤੀ ਸੀ, ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਸਾਡਾ। ਹਾਂ, ਸਾਰੀਆਂ ਕਮੇਟੀਆਂ ਆਪਾਂ ਕਰਾਂਗੇ, ਕੋਈ ਗੱਲ ਨਹੀਂ। ਜਿਵੇਂ ਆਪਾਂ ਅੱਗੇ ਕਰੀ ਜਾਂਦੇ ਹਾਂ ਨਾ, ਅੱਗੇ ਕਰੀ ਜਾਣਾ, ਤੁਹਾਨੂੰ ਨਾਲ ਦੀ ਨਾਲ ਸਾਰੀਆਂ ਕਮੇਟੀਆਂ ਕਲੀਅਰ ਹੋਈ ਜਾਣਗੀਆਂ, ਠੀਕ ਆ। ਸੋ ਆਪਾਂ ਜ਼ਿਆਦਾ ਤਾਂ ਨਹੀਂ ਇਸ ਟਾਈਮ ਦੇ ਉੱਤੇ ਆਪਾਂ ਐਕਸਪਲੇਨ ਕਰਾਂਗੇ, ਤੁਸੀਂ ਕਨਫਿਊਜ਼ ਹੋਵੋਗੇ। ਜਦੋਂ ਆਪਾਂ MCQ ਕਰਿਆ ਕਰਾਂਗੇ ਉਦੋਂ ਆਪਾਂ ਸਾਰੀਆਂ ਆਪਸ਼ਨਸ ਐਕਸਪਲੇਨ ਕਰਿਆ ਕਰਾਂਗੇ, ਠੀਕ ਆ, ਜਦੋਂ ਅਲੱਗ ਤੋਂ MCQ ਕਰਾਂਗੇ, ਠੀਕ ਆ। ਸੋ ਅਜੇ ਫਿਲਹਾਲ ਆਪਾਂ ਕਨਫਿਊਜ਼ ਨਹੀਂ ਹੋਣਾ, ਆਪਾਂ ਇੱਕ ਟੌਪਿਕ ਪੜ੍ਹ ਰਹੇ ਹਾਂ, ਉਹਨੂੰ ਚੰਗੀ ਤਰ੍ਹਾਂ ਪੜ੍ਹਨਾ, ਡਿਟੇਲ 'ਚ ਪੜ੍ਹਨਾ, ਬਸ ਇੰਨਾ ਧਿਆਨ ਦੇਣਾ ਤੁਸੀਂ। ਹੁਣ ਦੇਖੋ ਜੀ, ਆਹ ਕੰਸੈਪਚੁਅਲ ਕੁਐਸਚਨ ਹੈਗਾ, ਇਹਨਾਂ ਦੇ ਵਿੱਚ ਦੱਸੋ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈ। PPSC 'ਚ ਇੱਦਾਂ ਦੇ ਕੁਐਸਚਨ ਆਉਣਗੇ। PPSC ਦਾ ਨਾਇਬ ਤੇ ਕੋਆਪਰੇਟਿਵ ਇੰਸਪੈਕਟਰ 'ਚ ਤੁਸੀਂ ਖੁਦ ਦੇਖੋਗੇ ਕਿ ਇੱਦਾਂ ਦੇ ਕੁਐਸਚਨ ਪੁੱਛਣਗੇ। ਇੰਨੇ ਈਜ਼ੀ ਕੁਐਸਚਨ ਨਹੀਂ ਆਉਣਗੇ ਇਹਦੇ ਵਿੱਚ ਜਿਹੜੇ ਆਪਾਂ ਉੱਪਰ ਕੀਤੇ ਨੇ, ਠੀਕ ਆ। ਦੇਖੋ ਹੁਣ ਜੀ, ਇੱਕ ਆਇਆ ਨਹੀਂ ਪੁੱਛਿਆ ਉਹਨਾਂ ਨੇ, ਇਹ ਚੀਜ਼ ਦਾ ਵੀ ਧਿਆਨ ਰੱਖਣਾ ਨਹੀਂ, ਠੀਕ ਆ ਜੀ। ਕਿਹੜੀ ਆਪਣੀਆਂ ਫੰਡਾਮੈਂਟਲ ਡਿਊਟੀ ਨਹੀਂ। ਸੇਫਗਾਰਡ ਪਬਲਿਕ ਪ੍ਰੋਪਰਟੀ, ਜਿਹੜੀ ਜਨਤਕ ਸੰਪਤੀ ਦੀ ਸੁਰੱਖਿਆ ਵਾ, ਉਹ ਹੈਗੀ ਆ। ਹਾਂਜੀ ਬਿਲਕੁਲ ਹੈਗੀ ਆ। ਟੂ ਮੇਕ ਕੰਪਲਸਰੀ ਐਜੂਕੇਸ਼ਨ ਆ, ਜਿਹੜੀ 6 ਤੋਂ 14 ਸਾਲ ਦੇ ਬੱਚੇ ਨੂੰ, ਹਾਂ ਬਿਲਕੁਲ ਆ ਜੀ, ਇਹ ਲਾਜ਼ਮੀ ਕੀਤੀ ਆ ਇਹਨਾਂ ਨੇ ਵੀ ਜਿਹੜੇ ਗਾਰਡੀਅਨ ਨੇ, ਜਿਹੜੇ ਮਾਂ-ਬਾਪ ਨੇ, ਉਹਨਾਂ ਨੂੰ 6 ਤੋਂ 14 ਸਾਲ ਦੇ ਬੱਚੇ ਨੂੰ ਲਾਜ਼ਮੀ ਸਿੱਖਿਆ ਦੇਣਾ ਬਣਦਾ ਵਾ, ਕਰਤੱਵ ਆ ਉਹਨਾਂ ਦਾ। ਅਤੇ ਬ੍ਰਦਰਹੁੱਡ ਭਾਈਚਾਰਾ ਆਪਾਂ ਕੀਤਾ ਹੋਇਆ ਵਾ, ਠੀਕ ਆ। ਭਾਈਚਾਰੇ ਦੀ ਭਾਵਨਾ ਤੁਸੀਂ ਆਪਸ ਦੇ ਵਿੱਚ ਫੈਲਾਉਣੀ ਆ। ਬਟ ਜਿਹੜਾ ਟੂ ਅਵੇ ਦਾ ਪੇਰੈਂਟਸ, ਮਾਪਿਆਂ ਦਾ ਜਿਹੜਾ ਕਹਿਣਾ ਮੰਨਣਾ, ਇਹ ਕੋਈ ਫੰਡਾਮੈਂਟਲ ਡਿਊਟੀਜ਼ ਨਹੀਂ। ਬਟ ਇਹਦਾ ਮਤਲਬ ਇੱਦਾਂ ਨਹੀਂ ਕਿ ਤੁਸੀਂ ਮਾਪਿਆਂ ਦਾ ਕਹਿਣਾ ਨਹੀਂ ਮੰਨਣਾ, ਉਹ ਤੁਸੀਂ ਮੰਨਣਾ ਹੀ ਆ, ਕਿਉਂਕਿ ਨਹੀਂ ਮੰਨੋਗੇ ਤਾਂ ਤੁਹਾਨੂੰ ਪਤਾ ਹੀ ਆ ਵੀ ਤੁਹਾਡੇ ਨਾਲ ਕੀ ਹੋਏਗਾ, ਠੀਕ ਆ, ਸਲੂਕ। ਸੋ ਇੱਦਾਂ ਨਹੀਂ ਕਹਿਣਾਗਾ ਤੁਸੀਂ ਕਿ ਵੀ ਇਹ ਮੇਰੀ ਕੋਈ ਫੰਡਾਮੈਂਟਲ ਡਿਊਟੀ ਨਹੀਂ, ਕੋਈ ਫੰਡਾਮੈਂਟਲ ਰਾਈਟ ਨਹੀਂ ਗਾ ਵੀ ਮੈਂ ਨਹੀਂ ਤੁਹਾਡਾ ਕਹਿਣਾ ਮੰਨਦਾ, ਹੋਰ ਘਰੋਂ ਤੁਸੀਂ ਉਹ ਹੋ ਜਾਓ, ਠੀਕ ਆ। ਸੋ ਨੈਕਸਟ ਕਰਾਂਗੇ ਆਪਾਂ, ਵੈਨ ਵਾਜ਼ ਦਾ ਪ੍ਰੀਵੈਂਸ਼ਨ ਆਫ ਦਾ
इंसल्ट ऑफ इंडियन नैशनल ऑनर एक्ट, ठीक है जी। वो आ कुछ एक्ट ने, ये मैं वैसे ले आया, ठीक है जी। इन्हों के किहड़ा वा जिहड़ा प्रिवेंशन ऑफ इंसल्ट ऑफ नैशनल ऑनर, क्योंकि ये ना कुछ एक्ट बन गए सीगे भी कुछ इदां दे सीगे जिहड़े उन्होंने लग्गिया कि फंडामेंटल ड्यूटीज़ दे विच कुछ एक्ट बना देने चाहिए ने जिहदे नाल कि अपने देश दे भी इहदे विच कोई ओह ना होवे, ठीक है जी। सो 76 होया सी, 72 होया सी, 74 होया या 71 होया। सो नैशनल ऑनर एक्ट आ जिहड़ा ओह 1971 आया सी, ठीक है जी। डी ऑप्शन साडी सही चले जाएगी, ठीक है। आ देखो जी, उन्होंने एक्सप्लेन किया कहना राष्ट्रीय सन्मान के अपमान की रोकथाम ਲਈ 1971 ਇਹ ਐਕਟ ਪਾਸ ਕੀਤਾ ਗਿਆ। ਇਹ ਐਕਟ ਸਾਨੂੰ ਕਹਿੰਦਾ ਜੀ ਦੇਸ਼ ਦੇ ਰਾਸ਼ਟਰੀ ਚਿੰਨ੍ਹਾਂ, ਰਾਸ਼ਟਰੀ ਝੰਡੇ, ਰਾਸ਼ਟਰੀ ਚਿੰਨ੍ਹ, ਰਾਸ਼ਟਰੀ ਗੀਤ, ਸੰਵਿਧਾਨ ਅਤੇ ਭਾਰਤ ਦੇ ਨਕਸ਼ੇ ਸਮੇਤ ਦੇਸ਼ ਦੇ ਰਾਸ਼ਟਰੀ ਚਿੰਨ੍ਹਾਂ ਦਾ ਅਪਮਾਨ ਜਾਂ ਅਪਮਾਨ ਕਰਨ ਤੇ ਪਾਬੰਦੀ ਲਾਉਂਦਾ ਵਾ, ठीक है जी। सो ये एक्ट बनया होया, ठीक है, ये भी तुसीं याद करना। हुण आ देखो जी, इदां दा क्वेश्चन आ जाते हैं। सो जो आपां स्टैटिक जीके करांगे, वैसे स्टैटिक जीके के क्वेश्चन बन जाते हैं, बट फिर भी एक अद्धा इहदे विच नाल दी नाल आपां कर रहे हैं, ठीक है जी। एक क्वेश्चन बनता सी, सो मैं नाल ऐड करता होया। इन्हां दे विचों किहड़ा जिहड़ा करैक्टली मैच नहीं गा? फॉरेस्ट कंजरवेशन एक्ट बिल्कुल सही है जी 80 दे विच। वाइल्ड लाइफ प्रोटैक्शन एक्ट ये गलत है जी, 1972 ਦੇ ਵਿੱਚ ਆਇਆ ਸੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਪਬਲਿਕ ਰੀਪ੍ਰੈਜ਼ੈਂਟੇਸ਼ਨ ਐਕਟ 51 'ਚ ਆਇਆ ਸੀ। ਸਿਵਲ ਡਿਊਟੀ ਪ੍ਰੋਟੈਕਸ਼ਨ ਐਕਟ ਬਿਲਕੁਲ ਸਹੀ ਹੈ ਜੀ 55 ਦੇ ਵਿੱਚ ਆਇਆ ਸੀ। ਸੋ ਇਹ ਆਪਾਂ ਜਦੋਂ ਸਟੈਟਿਕ ਜੀ ਕੇ ਕਰਾਂਗੇ ਐਕਟ ਵਗੈਰਾ ਸਾਰੇ ਆਪਾਂ ਕਰ ਲਾਂਗੇ, ਠੀਕ ਹੈ ਜੀ। ਸੋ ਆਨਸਰ ਬੀ ਆਪਣਾ 72 'ਚ ਆਇਆ ਸੀ, ਠੀਕ ਆ। 1900 ਪ੍ਰੋਟੈਕਸ਼ਨ ਐਕਟ 1972 ਦੇ ਵਿੱਚ ਹੋਇਆ ਸੀ। ਪਲਾਂਟਸ ਤੇ ਐਨੀਮਲਸ ਦੀ ਪ੍ਰੋਟੈਕਸ਼ਨ ਲਈ ਇਹ ਆਪਣਾ ਹੋਇਆ ਸੀ, ਠੀਕ ਹੈ ਜੀ। ਹੁਣ ਆਪਾਂ ਇਹ ਆਪਾਂ ਕਰ ਚੁੱਕੇ ਹਾਂ ਜੀ, ਠੀਕ ਹੈ ਜੀ। ਆਪਾਂ ਹੁਣ ਆਪਣੀ 10 ਨੰਬਰ ਕਲਾਸ ਹੋ ਗਈ ਆ। 11 ਨੰਬਰ ਕਲਾਸ ਹੁਣ ਆਪਾਂ ਮੇਰੇ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਤੋਂ ਸਟਾਰਟ ਹੋ ਜਾਏਗੀ, ਠੀਕ ਆ। ਸੋ ਆਪਾਂ ਪ੍ਰੈਜ਼ੀਡੈਂਟ ਟੌਪਿਕ ਕਰਾਂਗੇ ਇਸ ਤੋਂ ਅਗਲੀ ਕਲਾਸ ਦੇ ਵਿੱਚ। ਸੋ ਇਹਨੂੰ ਤੁਸੀਂ PDF ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨਾ, ਮੈਂ ਕੁਝ ਟਾਈਮ ਤੱਕ ਸ਼ੇਅਰ ਕਰ ਦੂੰਗਾ, ਬਟ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਇਹ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਇੱਦਾਂ ਦੇ ਲੈਕਚਰ ਨੇ ਆਪਣਾ ਕੋਈ ਬਾਹਲਾ ਉਹ ਨਹੀਂ ਜਾਂਦਾਗਾ, ਸਾਰੇ 20-25 ਮਿੰਟ ਅੱਧਾ ਘੰਟੇ ਦਾ ਲੈਕਚਰ ਹੁੰਦਾ, ਬਟ ਉਹਦੇ ਵਿੱਚ ਤੁਸੀਂ ਪੂਰਾ ਟੌਪਿਕ ਇੱਕ ਵਾਰੀ ਜਦੋਂ ਤੁਸੀਂ ਸੁਣ ਲਿਆ, ਠੀਕ ਆ, ਐਕਸਪਲੇਨ ਹੋ ਗਿਆ, ਠੀਕ ਆ, ਨਾਲ ਤੁਸੀਂ PDF ਪੜ੍ਹਦੇ ਸਾਰ ਕੋਈ ਬੁੱਕ ਵੀ ਚੱਕ ਲਓ ਤੁਸੀਂ, PDF नहीं भी पढ़नी गी, कोई MCQ ला लो तुहाडे नाले नाल सॉल्व होणगे। सो आपां जीके की तैयारी बहुत वधिया तरीके नाल करनी है कि पेपर दे विच अगर अपने उहदे विचों क्वेश्चन आउंदा वा, उस टॉपिक दे विचों क्वेश्चन आवे तां ओह छड्डिया ना जावे, ठीक आ। सो इहदे विच मेन यही प्रॉब्लम आउंदी हुंदी है जीके दे विच कि बंदा छड्ड दिंदा वा क्वेश्चन, क्योंकि कन्फ्यूज होकर गलत मार्क कर दिंदा, बट वो तां करदा वा क्योंकि एग्जामिनर अपना क्वेश्चन घुमा के पुछदा वा। तुसीं खुद देखोगे कि एग्जामिनर ने क्वेश्चन किस तरह अपना घुमा के पेश कीता वा। सो अगर आपां देखीए ना, मैं तुहानूं टैलीग्राम ਦੇ ਉੱਤੇ ਅੱਜ ਸਵੇਰੇ ਕੁਛ ਪੇਪਰ ਪਾਏ ਸੀ PPSC ਦੇ ਨਾ 2019 ਦੇ ਵਿੱਚ 18 ਦੇ ਵਿੱਚ ਕੋਆਪਰੇਟਿਵ ਇੰਸਪੈਕਟਰ ਤੇ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ ਸੀ, ਠੀਕ ਆ। ਉਹਦੇ ਵਿੱਚ 14-15 ਕੁਐਸਚਨ ਆਏ ਹੋਏ ਨੇ ਜਿਹੜੇ ਅਜੇ ਤੱਕ ਆਪਾਂ ਕਲਾਸਾਂ ਕਰ ਚੁੱਕੇ ਹਾਂ, ਠੀਕ ਆ। ਹਿਸਟਰੀ ਤੇ ਪੋਲਿਟੀ ਦੇ ਵਿੱਚੋਂ 14-15 ਕੁਐਸਚਨ ਨੇ, ਦੇਖ ਲਓ ਤੁਸੀਂ ਆਪ ਵੀ ਆਪਾਂ ਕਿੰਨਾ ਕੁਆਲਿਟੀ ਵਾਲਾ ਜਿਹੜਾ ਕੰਟੈਂਟ ਆ ਉਹ ਕਰ ਰਹੇ ਹਾਂ। ਸੋ ਤੁਸੀਂ ਉਹ ਜਾਣਾ ਵਾ ਤੇ ਉਹ ਟਰਾਈ ਕਰੋ ਆਪਣਾ, ਜੇ ਤੁਸੀਂ PDF ਜਾਂ ਕਲਾਸ ਨਹੀਂ ਦੇਖੀ, ਜੇ ਅਜੇ ਵੀ ਤੁਹਾਡੇ ਤੋਂ ਉਹ ਸੌਖੇ ਕੁਐਸਚਨ ਨੇ, ਬਹੁਤ ਸੌਖੇ ਕੁਐਸਚਨ ਆ, ਜੇ ਤੁਹਾਡੇ ਤੋਂ ਅਜੇ ਵੀ ਉਹ ਸੋਲਵ ਨਹੀਂ ਹੋ ਰਹੇ, ਅਜੇ ਵੀ ਤੁਸੀਂ ਉਹ ਗਲਤ ਕਰ ਰਹੇ ਹੋ, ਤਾਂ ਤੁਹਾਨੂੰ ਰਿਵੀਜ਼ਨ ਦੀ ਲੋੜ ਆ। ਤੁਹਾਨੂੰ ਉਹ ਚੀਜ਼ ਦਾ ਤੁਹਾਡਾ ਕਨਸੈਪਟ ਕਲੈਰਿਟੀ ਹੈ ਨਹੀਂ ਗੀ, ਤਾਂ ਤੁਹਾਨੂੰ ਵੀਡੀਓ ਦੇਖਣੀ ਚਾਹੀਦੀ ਆ। ਜੇ ਤੁਹਾਡੇ ਉਹ ਹੋ ਰਹੇ ਨੇ ਫਿਰ ਤੁਸੀਂ ਸਿੱਧਾ PDF ਦੇਖ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਜ਼ਰੂਰੀ ਨਹੀਂ ਕਿ ਤੁਸੀਂ ਵੀਡੀਓ ਦੇਖਣੀ ਆਪਦਾ ਤੁਸੀਂ ਟਾਈਮ ਬਚਾਓ, ਸਿੱਧਾ PDF ਤੋਂ ਕਰੋ, ਠੀਕ ਆ। ਸੋ ਇਹਦੀ ਉਹ ਨੇ, ਬਟ ਜੇ ਅਜੇ ਵੀ ਤੁਹਾਡੇ ਕੁਐਸਚਨ ਉਸ ਟੌਪਿਕ 'ਚੋਂ ਗਲਤ ਹੋ ਰਿਹਾ, ਸਿੱਧਾ ਟੌਪਿਕ ਸਰਚ ਮਾਰੋ, ਤੁਹਾਨੂੰ YouTube 'ਤੇ ਆਪਣੀ ਕਲਾਸ ਮਿਲ ਜਾਏਗੀ। ਉਹ ਟੌਪਿਕ ਨੂੰ ਤੁਸੀਂ ਪੜ੍ਹੋ, ਉਸ ਤੋਂ ਬਾਅਦ PDF ਦੇਖੋ, ਫਿਰ ਕਦੇ ਗਲਤ ਨਹੀਂ ਹੋਏਗੀ, ਠੀਕ ਆ ਜੀ। ਸੋ ਆਪਣੇ ਇਸ ਚੈਨਲ ਨੂੰ, ਠੀਕ ਆ ਜੀ, ਆਪਣੇ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਕਮੈਂਟ ਕਰ ਦਿਓ ਅਤੇ ਸ਼ੇਅਰ ਕਰ ਦਿਓ ਆਪਣੇ, ਠੀਕ ਆ, ਦੋਸਤਾਂ ਤੱਕ। ਚਲੋ ਠੀਕ ਹੈ ਜੀ, ਧੰਨਵਾਦ।